ਹੈਲੋ ਐਵਰੀਵਨ, ਤਾਂ ਕਿਵੇਂ ਹੋ ਤੁਸੀਂ ਸਾਰੇ। ਉਮੀਦ ਕਰਦੇ ਆ ਵੀ ਵਧੀਆ ਹੀ ਹੋਵੋਗੇ। ਜਿਵੇਂ ਕਿ ਤੁਹਾਨੂੰ ਪਤਾ ਹੀ ਵੀ ਆਪਾਂ ਡੇਲੀ ਵੀਡੀਓਜ਼ ਅਪਲੋਡ ਕਰਦੇ ਹਾਂ। ਅਤੇ ਅੱਜ ਦੀ ਜਿਹੜੀ ਵੀਡੀਓ ਹੋਣ ਵਾਲੀ ਆ ਉਹ ਹੋਣ ਵਾਲੀ ਆ ਰੀਡਿੰਗ ਦੇ ਮੋਡਿਊਲ ਦੇ ਉੱਤੇ। ਸਭ ਤੋਂ ਪਹਿਲਾਂ ਬੈਂਡ ਸਕੋਰ ਦੇਖੋ ਯਾਰ, ਬਾਕੀ ਗੱਲਾਂ ਬਾਅਦ ਚੋਂ ਕਰਾਂਗੇ, ਕਿਉਂਕਿ ਇੱਕ ਜਿਹੜਾ ਕੌਨਫੀਡੈਂਸ ਅਤੇ ਯਕੀਨ ਹੋਣਾ ਜ਼ਰੂਰੀ ਆ। ਮਤਲਬ ਕਿ ਜੇ ਮੈਨੂੰ ਕੁਛ ਐਕਸਪੀਰੀਅੰਸ ਹੈ, ਜੇ ਮੈਨੂੰ ਕੁਝ ਨੌਲੇਜ ਹੈ, ਫਿਰ ਤਾਂ ਹੀ ਮੈਂ ਤੁਹਾਨੂੰ ਦੇ ਸਕਾਂਗਾ। ਰੀਡਿੰਗ ਦੇ ਵਿੱਚ ਮੇਰਾ ਬੈਂਡ ਸਕੋਰ 7 ਸੀ ਅਤੇ ਐਗਜ਼ਾਮ ਸੀ 21 ਅਕਤੂਬਰ ਦਾ। ਅਤੇ ਅੱਜ ਦੀ ਇਸ ਵੀਡੀਓ ਵਿੱਚ ਮੈਂ ਕਵਰ ਕਰੂੰਗਾ ਟੌਪਿਕ ਲਿਸਟ ਆਫ ਹੈਡਿੰਗ ਦਾ। ਲਿਸਟ ਆਫ ਹੈਡਿੰਗ ਉਹ ਟਾਈਪ ਆ ਜਿਹੜੀ ਮੋਸਟ ਆਫ ਦੇ ਬੱਚਿਆਂ ਨੂੰ ਡਿਫੀਕਲਟ ਲੱਗਦੀ ਹੀ ਹੁੰਦੀ ਹੈ, ਹੈ ਨਾ। ਪਰ ਮੈਨੂੰ ਜਿਹੜਾ ਲਿਸਟ ਆਫ ਹੈਡਿੰਗ ਕਿਉਂ ਵਧੀਆ ਲੱਗਦਾ ਸੀ, ਅਤੇ ਮੈਂ ਤੁਹਾਨੂੰ ਆਪਣਾ ਕਰਨ ਦਾ ਤਰੀਕਾ ਵੀ ਦੱਸੂੰਗਾ। ਉਮੀਦ ਕਰਦਾ ਵੀ ਇਹ ਜਿਹੜਾ ਵੇ ਆ ਤੁਹਾਨੂੰ ਬਹੁਤ ਹੀ ਵਧੀਆ ਲੱਗੂਗਾ। ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਮੈਂ ਇੱਕ ਹੀ ਚੀਜ਼ ਕਹਿਣੀ ਚਾਹੁੰਦਾ ਵੀ ਜੇ ਤੁਹਾਨੂੰ ਵੀਡੀਓ ਦੇਖਣ ਤੋਂ ਬਾਅਦ ਵਧੀਆ ਲੱਗੇ ਅਤੇ ਤੁਸੀਂ ਚਾਹੁੰਦੇ ਹੋ ਵੀ ਸਾਡੇ ਕੋਲੋਂ ਤੁਸੀਂ ਕਲਾਸਿਸ ਲਵੋ, ਤਾਂ ਤੁਸੀਂ ਸਾਡੀਆਂ ਕਲਾਸਿਸ ਵੀ ਅਟੈਂਡ ਕਰ ਸਕਦੇ ਹੋ। ਔਨਲਾਈਨ ਕਲਾਸਿਸ ਅਸੀਂ ਤੁਹਾਨੂੰ ਪ੍ਰੋਵਾਈਡ ਕਰਵਾ ਦਿਆਂਗੇ। ਟਾਈਮਿੰਗ ਅਤੇ ਚਾਰਜਸ ਤੁਹਾਨੂੰ ਦੱਸ ਦਿੱਤੇ ਜਾਣਗੇ। ਤੁਸੀਂ ਸਾਨੂੰ ਵਟਸਐਪ ਦੇ ਉੱਤੇ ਕੰਟੈਕਟ ਕਰ ਸਕਦੇ ਹੋ, ਹੈ ਨਾ। ਕੋਈ ਵੀ ਡਾਊਟ ਹੈ ਉਹ ਡਾਊਟ ਆਪਾਂ ਉਸ ਤੁਹਾਡੀ ਕਲਾਸ ਦੇ ਵਿੱਚ ਕਲੀਅਰ ਕਰਨ ਦੀ ਪੂਰੀ ਤੋਂ ਪੂਰੀ ਕੋਸ਼ਿਸ਼ ਕਰਿਆ ਕਰਾਂਗੇ। ਤਾਂ ਫਿਰ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ। ਅਤੇ ਇਹ ਆਪਣੇ ਕੋਲ ਪੈਸੇਜ ਆ ਫਲਾਇੰਗ ਟੋਟਵਾਈਜ਼ਸ, ਜਾਣੀ ਕਿ ਟੋਟਵਾਈਜ਼ਸ ਕੀ ਹੁੰਦੇ ਨੇ, ਕੱਛੂ ਕੰਮੇ। ਇਸ ਦੇ ਉੱਤੇ ਆਪਣਾ ਪੈਸੇਜ ਆ ਅਤੇ ਇਹਦੇ ਆਪਾਂ ਲਿਸਟ ਆਫ ਹੈਡਿੰਗ ਅੱਜ ਕਰਨੇ ਨੇ, ਠੀਕ ਹੈ। ਲਿਸਟ ਆਫ ਹੈਡਿੰਗ ਯਾਰ ਕੋਈ ਬਾਹਲੇ ਔਖੇ ਨਹੀਂ ਹੁੰਦਾ ਕੰਸੈਪਟ। ਅੱਜ ਆਪਾਂ ਤੁਹਾਨੂੰ ਮਤਲਬ ਕਿ ਵੀਡੀਓ ਲੰਬੀ ਹੋ ਸਕਦੀ ਆ, ਪਰ ਸਭ ਤੋਂ ਵਧੀਆ ਤਰੀਕੇ ਦੇ ਨਾਲ ਸਮਝਾਉਣ ਦੀ ਪੂਰੀ ਕੋਸ਼ਿਸ਼ ਕਰੂੰਗਾ ਵੀ ਕਿੱਦਾਂ ਤੁਸੀਂ ਕਰਨੇ ਹਨ। ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਇਹ ਲਿਸਟ ਆਫ ਹੈਡਿੰਗ ਨੇ ਆਪਣੇ ਕੋਲੇ, ਹੈ ਨਾ। ਵਧੀਆ ਵੇ ਇਹੀ ਆ ਵੀ ਇਹਨਾਂ ਨੂੰ ਅਵੋਇਡ ਕਰੋ। ਸਭ ਤੋਂ ਪਹਿਲਾਂ ਸਟਾਰਟਿੰਗ ਦੇ ਵਿੱਚ ਤੁਸੀਂ ਨਹੀਂ ਦੇਖਣੇ ਲਿਸਟ ਆਫ ਹੈਡਿੰਗ। ਸਭ ਤੋਂ ਪਹਿਲਾਂ ਤੁਸੀਂ ਕਰਨਾ ਕੀ ਆ, ਆਪਣੇ ਇਹ ਪੈਰਾਗ੍ਰਾਫ ਦੇ ਉੱਤੇ ਤੁਸੀਂ ਜਾਣਾ, ਠੀਕ ਹੈ। ਇਹ ਪੈਰਾਗ੍ਰਾਫ ਆਪਣਾ ਆ ਗਿਆ। ਹੁਣ ਆਪਾਂ ਇਹਨੂੰ ਪੜ੍ਹਾਂਗੇ, ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਜਿੰਨੀ ਕੁ ਸਮਝ ਆਊਗੀ ਉਹ ਆਪਾਂ ਸਮਝ ਲਾਂਗੇ। ਮੈਨੂੰ ਲੱਗਦਾ ਵੀ ਜਿਹੜੀ ਚੀਜ਼ ਆਪਾਂ ਨੂੰ ਜਿੱਥੇ ਆਪਣਾ ਆਨਸਰ ਲੁਕਿਆ ਹੁੰਦਾ ਉਨੀ ਚੀਜ਼ ਤਾਂ ਆਪਾਂ ਨੂੰ ਸਮਝ ਆ ਹੀ ਜਾਂਦੀ ਹੁੰਦੀ ਹੈ। ਹੁਣ ਕਿਉਂਕਿ ਹਰ ਇੱਕ ਇਨਸਾਨ ਪਰਫੈਕਟ ਨਹੀਂ ਹੁੰਦਾ। ਜੇ ਮੈਂ ਕਹਾਂ ਵੀ ਮੈਨੂੰ ਹਰ ਇੱਕ ਚੀਜ਼ ਦਾ ਆਨਸਰ ਪਤਾ ਹੋਊਗਾ, ਹਰ ਇੱਕ ਚੀਜ਼ ਦਾ ਮੀਨਿੰਗ ਪਤਾ ਹੋਊਗਾ, ਇਹ ਵੀ ਮੇਰੇ ਲਈ ਪੋਸੀਬਲ ਨਹੀਂ ਹੈਗਾ, ਕਿਉਂਕਿ ਮੇਰਾ ਵੀ ਐਕਸਪੀਰੀਅੰਸ ਐਡਾ ਜ਼ਿਆਦਾ ਨਹੀਂ ਹੈਗਾ। ਅਤੇ ਨਾ ਹੀ ਮੈਂ ਕੋਈ CBSE ਬੋਰਡ ਜਿੱਥੇ ਕਿ ਮੇਰਾ ਸਾਰਾ ਜਿਹੜਾ ਕਿ ਐਜੂਕੇਸ਼ਨ ਉਹ ਇੰਗਲਿਸ਼ ਦੇ ਵਿੱਚ ਹੋਈ ਹੋਵੇ, ਉਹ ਵੀ ਨਹੀਂ ਹੈਗਾ। ਮੈਂ ਪੰਜਾਬ ਬੋਰਡ ਤੋਂ ਹੀ ਪੜ੍ਹਿਆ ਹੋਇਆ, ਪੰਜਾਬੀ ਮੀਡੀਅਮ ਵਿੱਚ। ਜਿੰਨੀ ਕਿ ਮੈਨੂੰ ਸਮਝ ਆਊਗੀ ਉਹ ਮੈਂ ਸਮਝਾਊਂਗਾ, ਪਰ ਮੈਂ ਇੰਨਾ ਜ਼ਰੂਰ ਮਤਲਬ ਕਿ ਕਹਿ ਸਕਦਾ ਵੀ ਆਨਸਰ ਆਪਾਂ ਜ਼ਰੂਰ ਲੱਭਾਂਗੇ। ਫੋਰੈਸਟ ਆਫ ਸਪਾਈਨੀ ਕੈਕਟੀ ਕਵਰ ਮਚ ਆਫ ਦਾ ਅਨਈਵਨ ਲਾਵਾ ਪਲੇਨਸ ਦੈਟ ਸੈਪਰੇਟ ਦਾ ਇੰਟੀਰੀਅਰ ਆਫ ਦਾ ਗਾਲਾਪਾਗੋਸ ਆਈਲੈਂਡਸ ਆਫ ਇਸੇਵਿਲਾ ਫਰੋਮ ਦਾ ਪੈਸੀਫਿਕ ਓਸ਼ੀਅਨ। ਬਹੁਤ ਹੀ ਡਿਫੀਕਲਟ ਜੀ ਲੈਂਗੁਏਜ ਆ, ਤੁਸੀਂ ਦੇਖ ਹੀ ਸਕਦੇ ਹੋ, ਪਰ ਆਪਾਂ ਅੱਗੇ ਚੱਲਦੇ ਹਾਂ। ਮੈਨੂੰ ਨਹੀਂ ਲੱਗਦਾ ਵੀ ਇੱਥੇ ਆਪਣਾ ਆਨਸਰ ਲੁਕਿਆ ਹੋਊਗਾ। ਵਿਦ ਇਟਸ 5 ਡਿਸਟਿੰਕਟ ਬਾਲਕੈਨੋਜ਼, ਵੀ ਕਹਿੰਦਾ ਇਹਦੇ 5 ਡਿਫਰੈਂਟ ਜਿਹੜੇ ਬਾਲਕੈਨੋ ਨੇ। ਦੀ ਆਈਲੈਂਡ ਰਿਸੈਂਬਲਸ ਏ ਲੂਨਾਰ ਲੈਂਡਸਕੇਪ। ਆਈਲੈਂਡ ਰਿਸੈਂਬਲ ਕਰਦਾ ਲੂਨਾਰ ਲੈਂਡਸਕੇਪ ਨੂੰ। ਕੁਝ ਨਹੀਂ ਸਮਝ ਆ ਰਿਹਾ ਆਪਾਂ ਨੂੰ, ਕੋਈ ਨਹੀਂ। ਮੈਨੂੰ ਨਹੀਂ ਲੱਗਦਾ ਵੀ ਇੱਥੇ ਕੁਝ ਚੀਜ਼ ਲੁਕੀ ਹੋਣੀ ਆ। ਅੱਗੇ ਵਧਦੇ ਹਾਂ। ਓਨਲੀ ਦਾ ਥਿਕ ਵੈਜੀਟੇਸ਼ਨ, ਕਹਿੰਦਾ ਇਕੱਲੀ ਮੋਟੀ ਜਿਹੜੀ ਵੈਜੀਟੇਸ਼ਨ ਆ। ਵੈਜੀਟੇਸ਼ਨ ਕੀ ਹੋ ਸਕਦੀ ਹੈ ਵੀ ਜਿਹੜੇ ਸਾਰੇ ਜੀਵ ਜੰਤੂ ਹੋਣਗੇ, ਜੋ ਵੀ ਉੱਥੇ ਪੌਦੇ ਹੋਣਗੇ, ਉਹਨੂੰ ਸਾਰਿਆਂ ਨੂੰ ਵੈਜੀਟੇਸ਼ਨ ਕਹਿ ਦਾਂਗੇ। ਐਟ ਦਾ ਸਕਰਟ ਆਫ ਦਾ ਓਫਨ ਕਲਾਊਡ ਕਵਰਡ ਪੀਕ ਆਫ ਸੀਰੀਆ ਨੈਗਰਾ ਆਫਰਸ, ਮਤਲਬ ਕਿ ਓਫਨ ਕਲਾਊਡ ਕਵਰਡ ਪੀਕ ਆਫ ਸੀਰੀਆ। ਕੋਈ ਮੈਨੂੰ ਲੱਗਦਾ ਨਹੀਂ ਵੀ ਇੱਥੇ ਕੋਈ ਹੋਈ ਹੋਣੀ ਗੱਲ। ਆਪਾਂ ਅੱਗੇ ਤੋਂ ਪੜ੍ਹਦੇ ਹਾਂ। ਦਿਸ ਇਨਹੋਸਪਿਟੇਬਲ ਇਨਵਾਇਰਮੈਂਟ ਇਜ਼ ਹੋਮ ਟੂ ਦਾ ਗਾਇੰਟ ਗੈਲਪੈਗੋਸ ਟਾਰਟਰਾਈਜ਼। ਉਹ ਕਹਿੰਦਾ ਵੀ ਇਹ ਜਿਹੜਾ ਇਨਵਾਇਰਮੈਂਟ ਸੀ ਇਨਹੋਸਪਿਟੇਬਲ, ਇਹ ਉਹਨਾਂ ਦਾ ਘਰ ਸੀ ਜਿਹੜੇ ਕਿ ਇੱਥੇ ਕੱਸੂ ਕੰਮੇ ਦੀ ਗੱਲ ਕੀਤੀ ਜਾ ਰਹੀ ਹੈ। ਹੁਣ ਆਪਾਂ ਇੱਥੇ ਆ ਗਏ ਸਮ ਟਾਈਮ ਆਫਟਰ ਦਾ ਗੈਲਾਪੈਗੋਸ ਬਰਥ। ਗੈਲਾਪੈਗੋਸ ਹੋ ਸਕਦਾ ਵੀ ਉਹਦੀ ਇੱਕ ਟਾਈਪ ਹੋਵੇ ਟੋਰਟੋਰਾਈਜ਼ ਦੀ, ਹੈ ਨਾ। ਕਹਿੰਦਾ ਵੀ ਉਹਨਾਂ ਦੇ ਬਰਥ ਤੋਂ ਬਾਅਦ ਅਰਾਊਂਡ 5 ਮਿਲੀਅਨ ਈਅਰ ਐਗੋ, ਲਗਭਗ 500 ਮਿਲੀਅਨ ਸਾਲਾਂ ਦੇ ਬਾਅਦ ਦੀ ਆਈਲੈਂਡਸ ਵਰ ਕੋਲੋਨਾਈਜ਼ਡ ਬਾਈ ਵਨ ਔਰ ਮੋਰ ਟੋਰਟੋਰਾਈਜ਼ਸ ਫਰੋਮ ਮੇਨਲੈਂਡ ਸਾਊਥ ਅਮਰੀਕਾ। ਕਹਿੰਦਾ ਕਿ ਗਾਲਪਾਗੋ ਦੇ ਵਰਤ ਤੋਂ ਬਾਅਦ 5 ਮਿਲੀਅਨ ਸਾਲਾਂ ਦੇ ਬਾਅਦ ਆਈਲੈਂਡ ਸੀ ਜਿਹੜਾ ਕਿ ਉੱਥੇ ਹੋਰ ਵੀ ਜਿਹੜੇ ਕਿ ਟੋਰਟੋਰਾਈਜ਼ਰ ਸੀ, ਜਿਹੜੇ ਕਿ ਸਾਊਥ ਅਮਰੀਕਾ ਦੇ ਮੇਨਲੈਂਡ ਤੋਂ ਉਹ ਉੱਥੇ ਆ ਗਏ ਸੀ। ਐਜ ਦੀਜ਼ ਐਨਸੈਸਟਰਲ ਟੋਰਟੋਰਾਈਜ਼ਰ ਸੈਟਲ ਔਨ ਦਾ ਇੰਡੀਵਿਜੂਅਲ ਆਈਲੈਂਡ। ਕਹਿੰਦੇ ਜਿਹੜੇ ਅਨਸੈਸਟਰਲ ਟੋਰਟੋਰਾਈਜ਼ਰ ਸੀ, ਜਿਹੜੇ ਕਿ ਉੱਥੋਂ ਦੇ ਲੋਕਲ ਸੀ, ਉਹ ਉੱਥੇ ਜਿਹੜੇ ਕਿ ਸੈਟਲ ਹੋ ਗਏ। ਦੀ ਡਿਫਰੈਂਟ ਪਾਪੂਲੇਸ਼ਨ ਅਡੈਪਟਡ ਟੂ ਦੇਅਰ ਯੂਨੀਕ ਇਨਵਾਇਰਮੈਂਟ। ਜਿਹੜੀਆਂ ਡਿਫਰੈਂਟ ਪਾਪੂਲੇਸ਼ਨ ਸੀ ਉਹਨਾਂ ਨੇ ਆਪਣੇ ਯੂਨੀਕ ਇਨਵਾਇਰਮੈਂਟ ਨੂੰ ਅਡੈਪਟ ਕਰ ਲਿਆ। ਗਿਵਿੰਗ ਰਾਈਜ਼ ਟੂ ਐਟਲੀਸਟ 14 ਡਿਫਰੈਂਟ ਸਬ ਸਪੀਸੀਜ਼, ਅਤੇ ਉਹਨਾਂ ਨੇ 14 ਡਿਫਰੈਂਟ ਸਬ ਸਪੀਸੀਜ਼ ਨੂੰ ਜਨਮ ਦਿੱਤਾ। ਹੁਣ ਇੱਥੇ ਤੁਸੀਂ ਦੇਖ ਸਕਦੇ ਹੋ ਵੀ ਆਹ ਚੀਜ਼ ਆਪਾਂ ਨੂੰ ਸਮਝ ਆਉਣ ਲੱਗ ਗਈ। ਇੱਥੇ ਹੀ ਮੈਨੂੰ ਲੱਗਦਾ ਵੀ ਆਨਸਰ ਆਪਣਾ ਲੁਕਿਆ ਹੋਣਾ। ਅੱਗੇ ਪੜ੍ਹਦੇ ਹਾਂ। ਆਈਲੈਂਡ ਲਾਈਫ ਐਗਰੀਡ ਵਿਦ ਦੈਮ ਇਨ ਦਾ ਐਬਸੈਂਸ ਆਫ ਸਿਗਨੀਫਿਕੈਂਟ ਪ੍ਰੀਡੇਟਰਸ। ਪ੍ਰੀਡੇਟਰ ਜਿਹੜੇ ਹੁੰਦੇ ਨੇ ਸ਼ਿਕਾਰੀ, ਕਹਿੰਦਾ ਉਹਨਾਂ ਦੀ ਐਬਸੈਂਸ ਦੇ ਉੱਤੇ ਦੇ ਗ੍ਰੀਊ ਟੂ ਬਿਕੇਮ ਦਾ ਲਾਰਜੈਸਟ ਐਂਡ ਲੌਂਗੈਸਟ ਲਿਵਿੰਗ ਟੋਰਟੋਰਾਈਜ਼ਸ ਔਨ ਦਾ ਪਲੈਨਟ। ਕਹਿੰਦਾ ਉਹ
ਮਤਲਬ ਕਿ ਲਾਰਜੈਸਟ ਅਤੇ ਸਭ ਤੋਂ ਪੁਰਾਣੇ ਲਾਰਜੈਸਟ ਮਤਲਬ ਕਿ ਪੁਰਾਣੇ ਹੋ ਗਏ, ਲੌਂਗੈਸਟ ਲੰਬੇ ਟੋਰਟੋਇਜ਼ਸ ਜਿਹੜੇ ਕਿ ਪਲੈਨਟ ਦੇ ਉੱਤੇ ਰਹਿ ਰਹੇ ਸੀ ਉਹ ਬਣ ਗਏ। ਵੇਇੰਗ ਮੋਰ ਦੈਨ 400 ਕਿਲੋਗ੍ਰਾਮਸ, ਉਹਨਾਂ ਦਾ ਜਿਹੜਾ ਵੇਟ ਸੀ ਉਹ 4 ਕਿਲੋਗ੍ਰਾਮ ਤੋਂ ਜ਼ਿਆਦਾ ਹੋ ਸਕਦਾ। ਓਕੇਸ਼ਨਲੀ ਐਕਸੀਡਿੰਗ 8 ਮੀਟਰਸ ਇਨ ਦਾ ਲੈਂਥ ਵੀ ਉਹਨਾਂ ਨੇ ਦੱਸਤੀ। ਐਂਡ ਲਿਵਿੰਗ ਫਾਰ ਮੋਰ ਦੈਨ ਅ ਸੈਂਚਰੀ, ਅਤੇ ਉੱਥੇ ਉਹ 100 ਸਾਲ ਤੋਂ ਵੀ ਜ਼ਿਆਦਾ ਦੇ ਸਮੇਂ ਦੇ ਵਿੱਚ ਰਹਿ ਰਹੇ ਸੀ। ਠੀਕ ਹੈ, ਮਤਲਬ ਕਿ ਲਿਵਿੰਗ ਫਾਰ ਮੋਰ ਦੈਨ 100 ਸਾਲ ਤੋਂ ਜ਼ਿਆਦਾ ਟਾਈਮ ਰਹਿਣ ਦੇ ਬਾਅਦ, ਯਾਨੀ ਕਿ ਇੱਥੋਂ ਜੇ ਆਪਾਂ ਨੂੰ ਸਮਝ ਆਈ ਆ ਅਤੇ ਹੁਣ ਆਪਾਂ ਇਹਦੇ ਆਧਾਰ ਦੇ ਉੱਤੇ ਆਪਣਾ ਆਨਸਰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਆਨਸਰ ਲੱਭਣ ਦੇ ਲਈ ਇੱਕੋ ਹੀ ਮੈਥਡ ਸਭ ਤੋਂ ਬੈਸਟ ਹੁੰਦਾ, ਉਸ ਮੈਥਡ ਨੂੰ ਕਿਹਾ ਜਾਂਦਾ ਐਲੀਮੀਨੇਸ਼ਨ ਮੈਥਡ। ਹੁਣ ਆਪਾਂ ਸਭ ਐਲੀਮੀਨੇਸ਼ਨ ਕਰਾਂਗੇ। ਦੀ ਸਟਾਰਟ ਆਫ ਦਾ ਕੰਜ਼ਰਵੇਸ਼ਨ ਪ੍ਰੋਜੈਕਟ, ਕਿਸੇ ਪ੍ਰੋਜੈਕਟ ਦੀ ਕੋਈ ਵੀ ਗੱਲ ਮੈਨੂੰ ਤਾਂ ਨਹੀਂ ਲੱਗੀ। ਲੁਕਿੰਗ ਫਾਰ ਅ ਹੋਮ ਫਾਰ ਦਾ ਆਈਲੈਂਡ, ਕੋਈ ਉਹਨਾਂ ਨੇ ਇਹ ਚੀਜ਼ ਹੋ ਸਕਦੀ ਆ। ਠੀਕ ਆ, ਇਹਨੂੰ ਆਪਾਂ ਮਤਲਬ ਕਿ ਹੋਮ ਦੀ ਉਹਨਾਂ ਨੇ ਗੱਲ ਕੀਤੀ ਆ, ਲਿਖ ਲੈਂਦੇ ਆ। ਦੀ ਇੰਪੋਰਟੈਂਸ ਆਫ ਗੈਟਿੰਗ ਦਾ ਟਾਈਮ ਰਾਈਟ, ਕੋਈ ਗੱਲ ਨਹੀਂ ਹੋਈ ਜੀ। ਜੰਗ ਮੀਟਸ ਓਲਡ, ਕੋਈ ਜੰਗ ਮੀਟ ਨਹੀਂ ਕੀਤਾ ਉਹਨਾਂ ਨੇ। ਦੀ ਡਿਵੈਲਪਮੈਂਟ ਟੂ ਡਿਸਐਡਵਾਂਟੇਜ, ਕਿਸੇ ਡਿਸਐਡਵਾਂਟੇਜ ਦੀ ਗੱਲ ਨਹੀਂ ਹੋਈ। ਪਲੈਨਿੰਗ ਆ ਬਿੱਗਰ ਆਈਡੀਆ, ਕਿਸੇ ਪਲਾਨ ਦੀ ਬਿੱਗਰ ਆਈਡੀਆ ਦੀ ਕੋਈ ਪਲੈਨਿੰਗ ਨਹੀਂ ਕੀਤੀ ਗਈ। ਟੋਰਟੋਇਜ਼ਸ ਪਾਪੂਲੇਟ ਦਾ ਆਈਲੈਂਡਸ ਆ ਹੋ ਸਕਦਾ, ਕਿਉਂਕਿ ਇੱਥੇ ਇਹਨਾਂ ਨੇ ਪਾਪੂਲੇਟ ਕੀ ਮਤਲਬ ਕਿ ਜਿਹੜੇ ਕਿ ਆਈਲੈਂਡ ਸੀ ਉਹਨਾਂ ਦੀ ਜਨਸੰਖਿਆ ਵਧੀ ਸੀ, ਹੈ ਨਾ। ਕੈਰਿੰਗ ਆਊਟ ਆ ਕੇਅਰਫੁਲੀ, ਕੋਈ ਆਪਰੇਸ਼ਨ ਨਹੀਂ ਉਹਨਾਂ ਨੇ ਪ੍ਰੀਪੇਅਰ ਕੀਤਾ ਸੀ। ਹੁਣ ਆਪਣੇ ਕੋਲ ਦੋ ਆਪਸ਼ਨਾਂ ਨੇ, ਪੰਜਵਾਂ ਜਾਂ ਫਿਰ ਸੱਤਵਾਂ। ਲੁਕਿੰਗ ਫਾਰ ਅ ਹੋਮ ਫਾਰ ਦਾ ਆਈਲੈਂਡ ਟੋਰਟੋਇਜ਼ਸ, ਲੁਕਿੰਗ ਫਾਰ ਅ ਹੋਮ ਤਾਂ ਨਹੀਂ ਉਹ ਲੱਭ ਰਹੇ ਸੀ। ਲੁਕਿੰਗ ਫਾਰ ਹੋਮ ਦੀ ਨਹੀਂ ਮੈਨੂੰ ਲੱਗਦਾ ਕੋਈ ਗੱਲ ਹੋਈ, ਪਰ ਆਪਾਂ ਮੈਨੂੰ ਲੱਗਦਾ ਵੀ ਜ਼ਿਆਦਾ ਸਿਊਟੇਬਲ ਆ, ਕਿਉਂਕਿ ਉਹਨਾਂ ਦੀ ਜਿਹੜੀ ਜਨਸੰਖਿਆ ਵਧੀ ਸੀ, ਇੱਕ ਤਾਂ ਉੱਥੇ ਪ੍ਰੀਡੇਟਰ ਨਹੀਂ ਹੈਗੇ ਸੀ ਅਤੇ ਉਹਨਾਂ ਦੀਆਂ 14 ਸਬ ਸਪੀਸੀਜ਼ ਨੂੰ ਵੀ ਉਹਨਾਂ ਨੇ ਜਨਮ ਦਿੱਤਾ ਸੀ। ਇਸ ਕਰਕੇ ਆਪਣੇ ਪਹਿਲੇ ਦਾ ਜਿਹੜਾ ਕਰੈਕਟ ਆਨਸਰ ਆ ਜਾਊਗਾ ਉਹ ਆ ਜਾਊਗਾ ਆਪਣਾ ਜਿਹੜਾ ਏ ਦਾ ਜਿਹੜਾ ਆਨਸਰ ਆ ਜਾਊਗਾ ਉਹ ਆ ਜਾਊਗਾ 5। ਮਤਲਬ ਕਿ ਲਿਮੀਨੇਟ ਕਰਕੇ ਆਪਣਾ ਆਨਸਰ ਆਪਾਂ ਨੂੰ ਸਾਫ਼ ਮਿਲ ਜੂਗਾ। ਹੁਣ ਇੱਥੇ ਦੇਖੋ ਮੇਰੇ ਕੋਲ ਦੋ ਆਪਸ਼ਨਾਂ ਬਚੀਆਂ ਸੀ। ਹੁਣ ਮੈਂ ਇਹ ਜਿਹੜਾ ਮਤਲਬ ਕਿ ਜੋ ਵੀ ਇਹ ਰੀਡਿੰਗ ਆ ਇਹ ਮੈਂ ਪਹਿਲਾਂ ਕਰੀ ਆ ਅਤੇ ਬਾਅਦ 'ਚ ਤੁਹਾਨੂੰ ਕਰਾ ਰਿਹਾ, ਪਰ ਹੁਣ ਜਦੋਂ ਆਪਣੇ ਕੋਲ ਦੋ ਆਪਸ਼ਨਾਂ ਰਹਿ ਗਈਆਂ ਸੀ, ਹੁਣ ਇੱਥੇ ਆਪਾਂ ਤੁੱਕਾਂ ਨਹੀਂ ਲਾਉਣਾ ਦੋ ਦੇ ਵਿੱਚ ਵੀ। ਦੂਸਰੀ ਵਾਰ ਵੀ ਆਪਾਂ ਨੂੰ ਦੁਬਾਰਾ ਇੱਕ ਵਾਰ ਫਿਰ ਆਪਾਂ ਉਹਨੂੰ ਪੜ੍ਹ ਲਾਂਗੇ। ਠੀਕ ਹੈ, ਜੋ ਵੀ ਆਪਣਾ ਪੈਰਾਗ੍ਰਾਫ ਹੋਊਗਾ, ਜੋ ਵੀ ਆਪਣਾ ਇਹ ਪੈਰਾਗ੍ਰਾਫ ਹੋਊਗਾ ਉਹਨੂੰ ਆਪਾਂ ਦੁਬਾਰਾ ਪੜ੍ਹ ਲਾਂਗੇ, ਫਿਰ ਆਪਣਾ ਆਨਸਰ 100% ਗਰੰਟੀ ਆ ਵੀ ਕਿੱਥੇ ਯਾਰ 8 ਕੋਲੇ ਪਹਿਲਾਂ 8 ਆਪਸ਼ਨਾਂ ਸੀ, ਕਿੱਥੇ ਹੁਣ 2 ਨੇ, ਆਨਸਰ ਤਾਂ ਜ਼ਰੂਰ ਮਿਲੂਗਾ ਨਾ। ਤਾਂ ਇਹ ਆਪਣਾ ਹੋ ਗਿਆ 5ਵਾਂ। ਠੀਕ ਹੈ, ਹੁਣ ਇਸ ਤੋਂ ਬਾਅਦ ਇੰਪੋਰਟੈਂਟ ਗੱਲ ਇਹ ਆਉਂਦੀ ਆ ਵੀ ਹੁਣ ਕਿਹੜੇ ਪੈਰਾਗ੍ਰਾਫ ਦੇ ਉੱਤੇ ਮੂਵ ਕਰੀਏ। ਇੱਥੇ ਮੈਂ ਸਭ ਤੋਂ ਵਧੀਆ ਚੀਜ਼ ਇਹੀ ਰਿਕਮੈਂਡ ਕਰਦਾ ਹੁੰਦਾ ਵੀ ਪਹਿਲਾਂ ਤਾਂ ਜ਼ਰੂਰ ਕਰੋ, ਕਿਉਂਕਿ ਪਹਿਲੇ ਤੋਂ ਆਪਾਂ ਨੂੰ ਪਤਾ ਲੱਗਦਾ ਵੀ ਜਿਹੜਾ ਕਿ ਪੈਸੇਜ ਆ ਉਹ ਕਾਹਦੇ ਬਾਰੇ ਆ। ਉਸ ਤੋਂ ਬਾਅਦ ਤੁਸੀਂ ਮੂਵ ਕਰਨਾ ਉਹ ਪੈਰੇ ਦੇ ਉੱਤੇ ਜਿਹੜਾ ਕਿ ਬਹੁਤ ਛੋਟਾ। ਹੁਣ ਬੀ ਤਾਂ ਥੋੜ੍ਹਾ ਜਿਹਾ ਵੱਡਾ, ਆਪਾਂ ਸੀ ਪੜ੍ਹ ਲੈਂਦੇ ਹਾਂ, ਕਿਉਂਕਿ ਸੀ ਦੀ ਤੁਸੀਂ ਲੈਂਥ ਦੇਖ ਸਕਦੇ ਹੋ ਬਹੁਤ ਹੀ ਘੱਟ ਆ। ਟੂਡੇ ਓਨਲੀ 11 ਆਫ ਦਾ ਓਰੀਜਨਲ ਸਬਸਪੀਸੀਜ਼ ਸਰਵਾਈਵ, ਕਹਿੰਦਾ ਅੱਜ ਦੇ ਸਮੇਂ ਦੇ ਉੱਤੇ ਕਹਿੰਦਾ ਇਕੱਲੀਆਂ 11 ਓਰੀਜਨਲ ਸਬਸਪੀਸੀਜ਼ ਨੇ ਉਹ ਸਰਵਾਈਵ ਕਰ ਰਹੀਆਂ ਨੇ। ਐਂਡ ਆਫ ਦੀਜ਼ ਸੈਵਰਲ ਆਰ ਹਾਈਲੀ ਇੰਡੇਂਜਰਡ, ਕਹਿੰਦਾ ਉਹਨਾਂ ਦੇ ਵਿੱਚੋਂ ਵੀ ਜ਼ਿਆਦਾਤਰ ਖਤਰੇ ਦੇ ਵਿੱਚ ਨੇ। ਇਨ 1989 ਵਰਕ ਵਿਗੇਨ ਔਨ ਆ ਟੋਰਟੋਇਜ਼ ਬਰੀਡਿੰਗ ਸੈਂਟਰ ਜਸਟ ਆਊਟਸਾਈਡ ਦਾ ਟਾਊਨ ਆਫ ਪੀਰੇਟੋ, ਜੋ ਵੀ ਹੈ ਇਹ ਕਿਸੇ ਜਗ੍ਹਾ ਦਾ ਨਾਮ ਦਿੱਤਾ ਗਿਆ। ਕਹਿੰਦਾ 1999 ਦੇ ਵਿੱਚ ਕਹਿੰਦਾ ਟੋਰਟੋਇਜ਼ਿੰਗ ਦੀ ਬਰੀਡਿੰਗ ਦੇ ਉੱਤੇ ਟੋਰਟੋਇਜ਼ ਬਰੀਡਿੰਗ ਸੈਂਟਰ ਦੇ ਉੱਤੇ ਕੰਮ ਸ਼ੁਰੂ ਹੋਇਆ। ਡੈਡੀਕੇਟਡ ਟੂ ਪ੍ਰੋਟੈਕਟਿੰਗ ਦਾ ਆਈਲੈਂਡਸ ਟੋਰਟੋਇਜ਼ ਪਾਪੂਲੇਸ਼ਨ, ਕਾਹਦੇ ਵਾਸਤੇ? ਆਈਲੈਂਡ ਦੀ ਜਿਹੜੀ ਟੋਰਟੋਇਜ਼ ਦੀ ਪਾਪੂਲੇਸ਼ਨ ਆ ਉਹਨੂੰ ਪ੍ਰੋਟੈਕਟ ਕਰਨ ਦੇ ਵਾਸਤੇ। ਠੀਕ ਹੈ, ਦੀ ਸੈਂਟਰਜ਼ ਕੈਪਟਿਵ ਬਰੀਡਿੰਗ ਪ੍ਰੋਗਰਾਮ ਪ੍ਰੂਵ ਟੂ ਬੀ ਐਕਸਟ੍ਰੀਮਲੀ ਸਕਸੈਸਫੁਲ ਐਂਡ ਇਟ ਇਵੈਂਚੁਅਲੀ ਹੈਡ ਟੂ ਡੀਲ ਵਿਦ ਐਨ ਓਵਰ ਪਾਪੂਲੇਸ਼ਨ ਪ੍ਰੋਬਲਮ। ਇਹ ਹੁਣ ਕੀ ਕਹਿਣਾ ਚਾਹੁੰਦੇ ਨੇ, ਉਹਨਾਂ ਦਾ ਸੈਂਟਰਸ ਕੈਪਟਿਵ ਬਰੀਡਿੰਗ ਪ੍ਰੋਗਰਾਮ ਪ੍ਰੂਵਡ ਵੀ, ਕਹਿੰਦਾ ਕਾਫੀ ਸਕਸੈਸਫੁਲ ਰਿਹਾ ਉਹ ਪ੍ਰੋਗਰਾਮ। ਐਂਡ ਇਟ ਇਵੈਂਚੁਅਲੀ ਹੈਡ ਟੂ ਡੀਲ ਵਿਦ ਐਨ ਓਵਰ ਪਾਪੂਲੇਸ਼ਨ ਪ੍ਰੋਬਲਮ। ਇਹ ਚਲੋ ਆਪਾਂ ਨੂੰ ਲਾਸਟ ਲਾਈਨ ਦੀ ਮੈਨੂੰ ਸਮਝ ਨਹੀਂ ਹੈ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਕਹਿਣਾ ਮੈਂ ਪਰਫੈਕਟ ਨਹੀਂ ਹੈਗਾ, ਜਿੰਨੀ ਕਿ ਮੈਨੂੰ ਨੌਲੇਜ ਹੈ ਮੈਂ ਉਨੀ ਤੁਹਾਨੂੰ ਦੇਣ ਦੀ ਪੂਰੀ ਤੋਂ ਪੂਰੀ ਕੋਸ਼ਿਸ਼ ਕਰੂੰਗਾ। ਅੱਗੇ ਵਧਦੇ ਹਾਂ ਹੁਣ ਆਪਾਂ ਆਪਣੇ ਆਨਸਰ ਦੇ ਵੱਲ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਿਆ ਵੀ ਐਲੀਮੀਨੇਸ਼ਨ ਮੈਥਡ ਲਾਉਣਾ, 5ਵਾਂ ਆਪਣਾ ਹੋ ਚੁੱਕਿਆ, ਪਹਿਲਾਂ ਹੀ ਕੱਢ ਦਿਓ, ਆਪਣੇ ਕੋਲ ਆਪਸ਼ਨਾਂ ਰਹਿ ਗਈਆਂ 7। ਦੀ ਇੰਪੋਰਟੈਂਸ ਆਫ ਗੈਟਿੰਗ ਦਾ ਟਾਈਮਿੰਗ ਰਾਈਟ, ਕੋਈ ਟਾਈਮ ਦੀ ਗੱਲ ਨਹੀਂ ਕੀਤੀ ਹੋਈ ਸੀ। ਜੰਗ ਮੀਟਸ ਓਲਡ ਗੱਲ ਹੋਈ ਹੈ, ਮੈਨੂੰ ਤਾਂ ਨਹੀਂ ਲੱਗਦਾ ਵੀ ਹੋਈ ਹੈ, ਜੇ ਤੁਹਾਨੂੰ ਲੱਗਦਾ ਹੋਈ ਹੈ ਤਾਂ ਦੱਸ ਦਿਓ। ਡਿਵੈਲਪਮੈਂਟਸ ਟੂ ਦਾ ਡਿਸਐਡਵਾਂਟੇਜ, ਕੋਈ ਗੱਲ ਨਹੀਂ ਹੋਈ ਡਿਸਐਡਵਾਂਟੇਜ ਦੀ। ਪਲੈਨਿੰਗ ਆ ਬਿੱਗਰ ਆਈਡੀਆ, ਕੋਈ ਬਿੱਗਰ ਆਈਡੀਆ ਉਹਨਾਂ ਨੇ ਪਲਾਨ ਕੀਤਾ। ਕੈਰਿੰਗ ਆਊਟ ਆ ਕੇਅਰਫੁਲੀ ਪ੍ਰੀਪੇਅਰਡ ਆਪਰੇਸ਼ਨ ਇੱਕ ਉਹਨਾਂ ਨੇ ਕਿਹਾ 1999 ਦੇ ਵਿੱਚ ਇੱਕ ਜਿਹੜੀ ਰਿਸਰਚ ਸੀ, ਆਪਰੇਸ਼ਨ ਸੀ, ਉਹ ਸਟਾਰਟ ਕੀਤਾ ਸੀ। ਲੁਕਿੰਗ ਫਾਰ ਅ ਹੋਮ ਫਾਰ ਦਾ ਆਈਲੈਂਡਸ, ਕੋਈ ਹੋਮ ਨਹੀਂ। ਦੀ ਸਟਾਰਟ ਆਫ ਦਾ ਕੰਜ਼ਰਵੇਸ਼ਨ ਪ੍ਰੋਜੈਕਟ। ਹੁਣ ਇਹ ਦੋ ਆਪਸ਼ਨਾਂ ਰਹਿ ਗਈਆਂ ਆਪਣੇ ਕੋਲੇ। ਹੁਣ ਇੱਥੇ ਹੁਣ ਆਪਾਂ ਕੀ ਕਹਿ ਸਕਦੇ ਹਾਂ ਵੀ ਕੀ ਆਨਸਰ ਆਊਗਾ ਇਹਦਾ। ਕੈਰਿੰਗ ਆਊਟ ਆ ਕੇਅਰਫੁਲੀ ਪ੍ਰੀਪੇਅਰਡ ਆਪਰੇਸ਼ਨ ਉਹਨਾਂ ਨੇ ਕੈਰਿੰਗ ਆਊਟ ਆ ਕੇਅਰਫੁਲੀ ਆਪਰੇਸ਼ਨ ਪਰਫਾਰਮ ਕੀਤਾ, ਜਾਂ ਉਹਨਾਂ ਨੇ ਕੰਜ਼ਰਵੇਸ਼ਨ ਪ੍ਰੋਜੈਕਟ ਸਟਾਰਟ ਕੀਤਾ। ਇਹਦੇ ਵਿੱਚ ਕਨਫਿਊਜ਼ਨ ਆ, ਹੁਣ ਆਪਾਂ ਇਹ ਦੇਖਦੇ ਵੀ ਉਹਨਾਂ ਨੇ ਕੋਈ ਆਪਰੇਸ਼ਨ ਕੀਤਾ ਸੀ ਜਾਂ ਕੋਈ ਪ੍ਰੋਜੈਕਟ ਸਟਾਰਟ ਕੀਤਾ ਸੀ।
ਇੱਥੇ ਤੁਸੀਂ ਦੇਖ ਸਕਦੇ ਹੋ ਆਪਰੇਸ਼ਨ ਇਨ 1990। ਕੰਜ਼ਰਵੇਸ਼ਨ ਯਾਰ ਉਹੀ ਚੀਜ਼ ਹੁੰਦੀ ਹੈ ਵੀ ਬਚਾਉਣਾ ਹੈ ਨਾ, ਮੈਨੂੰ ਜਿੱਥੋਂ ਤੱਕ ਲੱਗਦਾ ਵੀ ਕੰਜ਼ਰਵੇਸ਼ਨ ਹਾਂ। ਵਰਕ ਵਿਗੇਨ ਔਨ ਅ ਟਾਰਟੋਇਜ਼ ਬਰੀਡਿੰਗ ਸੈਂਟਰ ਜਸਟ ਆਊਟਸਾਈਡ ਦਾ ਟਾਊਨ ਆਫ ਔਨ ਇਸਵੇਲਾ ਡੈਡੀਕੇਟਡ ਟੂ ਪ੍ਰੋਟੈਕਟਿੰਗ ਦਾ, ਹਾਂ ਪ੍ਰੋਟੈਕਟਿੰਗ ਬਲਕਿ ਉਹਨਾਂ ਨੂੰ ਬਚਾਉਣ ਵਾਸਤੇ। ਆਪਰੇਸ਼ਨ ਤਾਂ ਨਹੀਂ ਕੋਈ ਹੋਇਆ ਹੈ, ਇਹ ਇੱਕ ਪ੍ਰੋਜੈਕਟ ਹੋ ਗਿਆ, ਕੰਜ਼ਰਵੇਸ਼ਨ ਪ੍ਰੋਜੈਕਟ, ਉਹਨਾਂ ਨੂੰ ਬਚਾਉਣ ਦੇ ਵਾਸਤੇ ਹੈ ਨਾ। ਤਾਂ ਆਪਣਾ ਜਿਹੜਾ ਸਹੀ ਆਨਸਰ ਕੀ ਆ ਜਾਊਗਾ, ਸਹੀ ਆਨਸਰ ਆਪਣਾ ਆ ਜਾਊਗਾ 8th ਸੀ ਪੈਰਾਗ੍ਰਾਫ ਦਾ ਆਪਣਾ ਆਨਸਰ ਆ ਗਿਆ, ਦੀ ਸਟਾਰਟ ਆਫ ਦੀ ਕੰਜ਼ਰਵੇਸ਼ਨ ਪ੍ਰੋਜੈਕਟ। ਠੀਕ ਹੈ, ਹੁਣ ਇਹਦਾ ਸੀ ਆ ਗਿਆ ਅਤੇ ਪੰਜਵਾਂ ਆਪਣਾ ਆਨਸਰ ਸੀ ਏ ਦਾ। ਹੁਣ ਆਪਣੇ ਕੋਲ ਦੋ ਆਪਸ਼ਨਾਂ ਕੱਟੀਆਂ ਗਈਆਂ, ਕੰਜ਼ਰਵੇਸ਼ਨ ਪ੍ਰੋਜੈਕਟ ਅਤੇ ਪੋਪੂਲੇਟ ਆਈਲੈਂਡ। ਠੀਕ ਹੈ, ਹੁਣ ਆਪਾਂ ਛੋਟਾ ਜਿਹਾ ਪੈਰਾਗ੍ਰਾਫ ਕੋਈ ਹੋਰ ਦੇਖ ਲੈਂਦੇ ਹਾਂ, ਡੀ ਦੇ ਵੱਲ ਵੱਧਦੇ ਹਾਂ, ਡੀ ਦੀ ਲੈਂਥ ਦੇਖ ਲੈਂਦੇ ਹਾਂ। ਡੀ ਦੀ ਲੈਂਥ ਵੀ ਥੋੜ੍ਹੀ ਜਿਹੀ ਆ। ਦੀ ਪ੍ਰੋਬਲਮ ਵਾਜ ਆਲਸੋ ਅ ਪ੍ਰੈਸਿੰਗ ਵਨ, ਕਹਿੰਦਾ ਪ੍ਰੋਬਲਮ ਵੱਧ ਰਹੀ ਸੀ। ਕੈਪਟਿਵ ਬਰੀਡ ਟੋਰਟੋਇਜ਼ ਕੈਨ ਨਾਟ ਬੀ ਰੀਇੰਟਰੋਡਿਊਸ ਇਨਟੂ ਦਾ ਵਾਈਲਡ, ਕਹਿੰਦਾ ਕੈਪਟਿਵ ਜਿਹੜੇ ਬਰੈਡ ਟੋਰਟੋਇਜ਼ ਸੀ ਉਹ ਰੀਇੰਟਰੋਡਿਊਸ ਨਹੀਂ ਕੀਤੇ ਜਾ ਸਕਦੇ ਸੀ ਇਨਟੂ ਦਾ ਵਾਈਲਡ, ਜੰਗਲ ਦੇ ਵਿੱਚ, ਅੰਟਿਲ ਦੇ ਆਰ ਐਟ ਲੀਸਟ 5 ਈਅਰ ਓਲਡ, ਜਦੋਂ ਤੱਕ ਕਿ ਉਹ 5 ਸਾਲਾਂ ਦੇ ਨਹੀਂ ਹੋ ਜਾਂਦੇ ਸੀ। ਐਂਡ ਵੇ ਐਟ ਲੀਸਟ 4 to 5 ਕਿਲੋਗ੍ਰਾਮ, ਜਦੋਂ ਤੱਕ ਉਹਨਾਂ ਦਾ ਜਿਹੜਾ ਵੇਟ ਸੀ ਉਹ 4 ਤੋਂ 5 ਕਿਲੋਗ੍ਰਾਮ ਨਹੀਂ ਹੋ ਜਾਂਦਾ ਸੀ। ਐਟ ਵਿਚ ਪੁਆਇੰਟ ਦੇਅਰ ਸਾਈਜ਼ ਐਂਡ ਵੇਟ ਐਂਡ ਦੇਅਰ ਹਾਰਡਨਡ ਸੈਲਸ ਆਰ ਸਫੀਸ਼ੀਐਂਟ ਟੂ ਪ੍ਰੋਟੈਕਟ ਦੈਮ, ਮਤਲਬ ਕਿ ਉਦੋਂ ਤੱਕ ਜਦੋਂ ਤੱਕ ਉਹਨਾਂ ਦੇ ਜਿਹੜੇ ਸੈੱਲ ਸੀ ਉਹ ਉਹਨਾਂ ਨੂੰ ਪ੍ਰੋਡੇਟਰ ਤੋਂ ਕਰਨ ਦੇ ਲਈ ਤਿਆਰ ਨਹੀਂ ਹੋ ਜਾਂਦੇ ਸੀ। ਕਿਉਂਕਿ ਹੈ ਨਾ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਜਿਹੜੇ ਕੱਸੂ ਕੰਮੇ ਹੁੰਦੇ ਨੇ ਉਹਨਾਂ ਦੀ ਇੱਕ ਪਿੱਠ ਜਿਹੀ ਹੁੰਦੀ ਹੈ ਨਾ, ਜਦੋਂ ਤੱਕ ਉਹ ਪੂਰੀ ਤਰੀਕੇ ਨਾਲ ਤਿਆਰ ਨਹੀਂ ਹੋ ਜਾਂਦੀ ਸੀ ਉਦੋਂ ਤੱਕ ਉਹਨਾਂ ਨੂੰ ਛੱਡਿਆ ਨਹੀਂ ਜਾਂਦਾ ਸੀ। ਬਟ ਇਫ ਪੀਪਲ ਵੇਟ ਟੂ ਲੌਂਗ ਆਫਟਰ ਦੈਟ ਪੁਆਇੰਟ ਦੀ ਟੋਰਟੋਇਜ਼ਸ ਇਵੈਂਚੁਅਲੀ ਬਿਕੇਮ ਟੂ ਲਾਰਜ ਟੂ ਟਰਾਂਸਪੋਰਟ, ਕਹਿੰਦਾ ਪਰ ਜੇ ਉਹ ਜ਼ਿਆਦਾ ਵੇਟ ਕਰਨਗੇ ਤਾਂ ਫਿਰ ਜਿਹੜੇ ਟੋਰਟੋਇਜ਼ਸ ਨੇ ਉਹ ਜ਼ਿਆਦਾ ਹੀ ਵੱਡੇ ਹੋ ਜਾਣਗੇ, ਟਰਾਂਸਪੋਰਟ ਕਰਨ ਦੇ ਵਿੱਚ ਉਹਨਾਂ ਨੂੰ ਫਿਰ ਮੁਸ਼ਕਿਲ ਵੀ ਆ ਸਕਦੀ ਆ। ਇਹ ਚੀਜ਼ ਦੇ ਬਾਰੇ ਗੱਲ ਹੋਈ ਆ ਆਪਣੇ ਡੀ ਪੈਰਾਗ੍ਰਾਫ ਦੇ ਵਿੱਚ। ਚਲੋ ਜੀ ਆਪਾਂ ਆਨਸਰ ਲੱਭੀਏ। ਸਭ ਤੋਂ ਪਹਿਲਾਂ ਤਾਂ ਉਹੀ ਚੀਜ਼ਾਂ ਕੱਟ ਦੋ ਜਿਹੜੇ ਕਿ ਆਪਾਂ ਨੂੰ ਮਿਲ ਚੁੱਕੀਆਂ ਨੇ। 8ਵਾਂ ਮਿਲਿਆ ਹੋਇਆ, 5ਵਾਂ ਮਿਲਿਆ ਹੋਇਆ। ਲੁਕਿੰਗ ਐਟ ਆ ਹੋਮ, ਲੁਕਿੰਗ ਫਾਰ ਹੋਮ ਉਹਦੀ ਕੋਈ ਗੱਲ ਨਹੀਂ ਹੋਈ, ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਕੈਰਿੰਗ ਆਊਟ ਆ ਕੇਅਰ, ਕੋਈ ਉਹਨਾਂ ਨੇ ਆਪਰੇਸ਼ਨ ਪਰਫਾਰਮ ਨਹੀਂ ਕੀਤਾ ਜੀ। ਬਿਗ ਆਈਡੀਆ ਕੋਈ ਨਹੀਂ ਪਲਾਨ ਹੋਇਆ। ਡਿਵੈਲਪਮੈਂਟ ਟੂ ਡਿਸਐਡਵਾਂਟੇਜ ਦੀ ਕੋਈ ਗੱਲ ਨਹੀਂ ਹੋਈ। ਜੰਗ ਮੀਟ ਕੋਈ ਨਹੀਂ ਓਲਡ ਹੋਏ। ਇੱਕ ਆਪਸ਼ਨ ਬਚੀ ਹੈ, ਦੀ ਇੰਪੋਰਟੈਂਸ ਆਫ ਗੈਟਿੰਗ ਦਾ ਟਾਈਮਿੰਗ ਰਾਈਟ। ਟਾਈਮਿੰਗ ਦੀ ਆਪਾਂ ਨੂੰ ਪਤਾ ਵੀ ਰਾਈਟ ਟਾਈਮ ਦੀ ਉਹਨਾਂ ਨੇ ਜ਼ਰੂਰ ਗੱਲ ਕੀਤੀ ਆ ਵੀ ਜੇ ਉਹਨਾਂ ਨੂੰ ਸਹੀ ਟਾਈਮ ਦੇ ਉੱਤੇ ਨਾ ਕੱਢਿਆ ਗਿਆ ਫਿਰ ਉਹ ਵੱਡੇ ਵੀ ਹੋ ਸਕਦੇ ਨੇ, ਪਰ ਜੇ ਉਹਨਾਂ ਨੂੰ ਪਹਿਲਾਂ ਭੇਜ ਦਿੱਤਾ ਗਿਆ ਫਿਰ ਉਹਨਾਂ ਦੇ ਉੱਤੇ ਖਤਰਾ ਵੀ ਹੋ ਸਕਦਾ ਪ੍ਰੈਡੇਟਰ ਦਾ, ਹੈ ਨਾ। ਯਾਨੀ ਕਿ ਆਪਣਾ ਇਹ ਆਨਸਰ ਆ ਗਿਆ ਡੀ ਦਾ। ਠੀਕ ਹੈ, ਏ ਸੀ ਅਤੇ ਡੀ ਦੇ ਆਨਸਰ ਆਪਾਂ ਫਾਈਂਡ ਕਰ ਲੈਂਦੇ। ਹੁਣ ਆਪਾਂ ਜਾਣਦੇ ਹਾਂ ਕਿ ਆਪਣੇ ਈ ਪੈਰਾਗ੍ਰਾਫ ਦੀ ਲੈਂਥ ਦੇਖਦੇ ਹਾਂ ਕਿੱਡੀ ਕੁ, ਈ ਦੀ ਵੀ ਚਲੋ ਠੀਕ ਹੀ ਆ, ਪਰ ਹੁਣ ਆਪਣੇ ਜਿਹੜੇ ਕਿ 3 ਨੇ ਉਹ ਹੋ ਚੁੱਕੇ ਨੇ, ਏ ਹੋ ਗਿਆ, ਸੀ ਹੋ ਗਿਆ ਅਤੇ ਡੀ ਹੋ ਗਿਆ। ਹੁਣ ਈ ਦੀ ਲੈਂਥ ਥੋੜ੍ਹੀ ਜਿਹੀ ਵੱਡੀ ਹੈ, ਈ ਅਤੇ ਐਫ ਦੀ। ਆਪਾਂ ਜੀ ਕਰ ਲੈਂਦੇ ਹਾਂ, ਪਹਿਲਾਂ ਜੀ ਦੇਖ ਲੈਂਦੇ ਹਾਂ ਕੀ ਕਹਿੰਦਾ। ਅਪੋਨ ਦੇਅਰ ਰਿਲੀਜ਼, ਕਹਿੰਦਾ ਜਦੋਂ ਉਹਨਾਂ ਨੂੰ ਛੱਡਿਆ ਗਿਆ, ਦੀ ਜੁਵੇਨਾਈਲ ਟੋਰਟੋਇਜ਼ਸ ਕੁਇਕਲੀ ਸਪਰੈਡ ਆਊਟ, ਜਿਹੜੇ ਕਿ ਛੋਟੇ ਟੋਰਟੋਇਜ਼ਸ ਸੀ ਉਹ ਜਲਦੀ ਦੇ ਨਾਲ ਫੈਲੇ ਆਊਟ ਓਵਰ ਦੇਅਰ ਐਨਸੈਸਟਰਲ ਟੈਰੀਟਰੀ, ਜੋ ਵੀ ਉਹ ਖੇਤਰ ਸੀ ਜਿਸ ਖੇਤਰ ਦੇ ਵਿੱਚ ਉਹਨਾਂ ਨੂੰ ਛੱਡਿਆ ਗਿਆ। ਇਨਵੈਸਟੀਗੇਟਿੰਗ ਦੇਅਰ ਨਿਊ ਸਰਾਊਂਡਿੰਗਸ ਐਂਡ ਫੀਡਿੰਗ ਔਨ ਦਾ ਵੈਜੀਟੇਸ਼ਨ, ਉਹਨਾਂ ਨੇ ਕੀ ਇਨਵੈਸਟੀਗੇਟ ਕੀਤਾ, ਆਪਣਾ ਆਲਾ ਦੁਆਲਾ, ਨਵਾਂ ਆਲਾ ਦੁਆਲਾ ਅਤੇ ਫੀਡਿੰਗ ਔਨ ਦਾ ਵੈਜੀਟੇਸ਼ਨ, ਯਾਨੀ ਕਿ ਕਿਹੜੀ ਚੀਜ਼ਾਂ ਖਾਧੀਆਂ ਜਾਣ। ਇਵੈਂਚੁਅਲੀ ਵਨ ਟੀਨੀ ਟੋਰਟੋਇਜ਼, ਯਾਨੀ ਕਿ ਇੱਕ ਛੋਟਾ ਕੱਛੂ ਕੰਮਾ, ਕੇਮ ਅਕਰੋਸ ਆ ਫੁਲੀ ਗਰੋਨ ਗਾਇੰਟ, ਯਾਨੀ ਕਿ ਉਹ ਕਾਫੀ ਵੱਡਾ ਬਣ ਗਿਆ। ਹੂ ਹੈਡ ਬੀਨ ਲੰਬਰਿੰਗ ਅਰਾਊਂਡ ਦਾ ਆਈਲੈਂਡ, ਜਿਹੜਾ ਕਿ ਆਲਮੋਸਟ 100 ਈਅਰਸ ਉਸ ਆਈਲੈਂਡ ਦੇ ਉੱਤੇ ਰਿਹਾ। ਦੀ ਟੂ ਸਟੁੱਡ ਸਾਈਡ ਬਾਈ ਸਾਈਡ ਏ ਪਾਵਰਫੁਲ ਸਿੰਬਲ ਆਫ ਦਾ ਰੀਜਨਰੇਸ਼ਨ ਆਫ ਐਨ ਏਸ਼ੀਅਨ ਸਪੀਸੀਜ਼। ਇੱਥੇ ਇੱਕ ਗੱਲ ਧਿਆਨ ਰੱਖਿਓ, ਰੀਜਨਰੇਸ਼ਨ ਦੀ ਗੱਲ ਕੀਤੀ ਗਈ ਹੈ। ਰੀਜਨਰੇਸ਼ਨ ਕੀ ਹੁੰਦਾ ਕਿ ਇਹ ਚੀਜ਼ ਨੂੰ ਦੁਬਾਰਾ ਬਣਾਉਣਾ, ਯਾਨੀ ਕਿ ਇੱਥੇ ਕੱਛੂ ਕੰਮਿਆਂ ਦੀ ਗੱਲ ਹੋ ਰਹੀ ਹੈ ਅਤੇ ਉਹ ਆਪਣੇ ਵੰਸ਼ ਨੂੰ ਵਧਾਉਣ ਦੀ ਗੱਲ ਕਰ ਰਹੇ ਨੇ ਰੀਜਨਰੇਸ਼ਨ ਦੇ ਨਾਲ। ਹੁਣ ਸਭ ਤੋਂ ਪਹਿਲਾਂ ਆਪਾਂ ਵੱਧਦੇ ਹਾਂ ਆਪਣੇ ਲਿਸਟ ਆਫ ਹੈਡਿੰਗ, ਜੋ ਵੀ ਆਪਣੀਆਂ ਆਪਸ਼ਨਾਂ ਨੇ। ਸਭ ਤੋਂ ਪਹਿਲਾਂ ਤਾਂ ਜੀ ਆਪਾਂ ਇੱਥੇ ਆਪਣਾ ਏ ਪੈਰਾਗ੍ਰਾਫ ਦਾ ਆਨਸਰ ਸੀ 5ਵਾਂ, ਉਹਨੂੰ ਕੱਟ ਕਰ ਦਿੰਦੇ ਹਾਂ। ਉਸ ਤੋਂ ਬਾਅਦ ਆਪਣੇ ਸੀ ਪੈਰਾਗ੍ਰਾਫ ਦਾ ਆਨਸਰ ਸੀ 8th, ਉਹਨੂੰ ਕੱਟ ਕਰ ਦਿੰਦੇ ਹਾਂ। ਉਸ ਤੋਂ ਬਾਅਦ ਆਪਣੇ ਡੀ ਪੈਰਾਗ੍ਰਾਫ ਦਾ ਜੋ ਆਨਸਰ ਸੀ ਉਹ ਸੀ 1st। ਹੁਣ ਆਪਣੇ ਕੋਲੇ ਦੇਖ ਸਕਦੇ ਹੋ ਵੀ 5 ਆਪਸ਼ਨ ਬਚੀਆਂ ਨੇ। ਲੁਕਿੰਗ ਫਾਰ ਅ ਹੋਮ, ਹੋਮ ਦੇ ਬਾਰੇ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ। ਕੈਰਿੰਗ ਆਊਟ ਅ ਕੇਅਰਫੁਲੀ ਪ੍ਰੀਪੇਅਰਡ ਆਪਰੇਸ਼ਨ, ਕੋਈ ਉਹਨਾਂ ਨੇ ਆਪਰੇਸ਼ਨ ਪਰਫਾਰਮ ਨਹੀਂ ਕੀਤਾ ਜੀ। ਬਿਗ ਆਈਡੀਆ ਦੀ ਕੋਈ ਪ੍ਰੈਪਰੇਸ਼ਨ ਨਹੀਂ ਹੋਈ। ਡਿਵੈਲਪਮੈਂਟ ਟੂ ਡਿਸਐਡਵਾਂਟੇਜ ਕਿਸੇ ਦੀ ਗੱਲ ਨਹੀਂ ਹੋਈ। ਜੰਗ ਮੀਟਸ ਓਲਡ, ਜੰਗ ਉੱਥੇ ਜੁਵੇਨਾਈਲ, ਜੰਗ ਮਤਲਬ ਕਿ ਛੋਟੇ ਹੋ ਗਏ ਅਤੇ ਜੁਵੇਨਾਈਲ ਵੀ ਛੋਟੇ ਹੋ ਗਏ। ਮੀਟਸ ਓਲਡ, ਯਾਨੀ ਕਿ ਉਹ ਜੰਗ ਮੀਟਸ ਓਲਡ ਕਹਿ ਸਕਦੇ ਹਾਂ ਵੀ ਜਿਹੜੇ ਛੋਟੇ ਸੀ ਉਹ ਵੱਡਿਆਂ ਨੂੰ ਮਿਲੇ, ਯਾਨੀ ਕਿ ਉਹਨਾਂ ਨੇ ਰੀਜਨਰੇਸ਼ਨ ਕੀਤੀ। ਤਾਂ ਇਸ ਤੋਂ ਆਪਾਂ ਨੂੰ ਆਪਣਾ ਮਤਲਬ ਕਿ ਫੁੱਲ ਕਲੀਅਰ ਆਨਸਰ ਨਹੀਂ ਹੈਗਾ, ਪਰ ਇੱਥੇ ਆਪਾਂ ਨੂੰ ਕਲੀਅਰ ਕੀ ਆ ਵੀ ਜਿਹੜੀਆਂ ਹੋਰ ਆਪਸ਼ਨਾਂ ਨੇ ਉਹ ਬਿਲਕੁਲ ਆਨਸਰ ਨਹੀਂ ਹੋ ਸਕਦੀਆਂ। ਇੱਦਾਂ ਵੀ ਲਿਸਟ ਆਫ ਹੈਡਿੰਗ ਹੋ ਜਾਂਦੇ ਹੁੰਦੇ ਆ।
ਤੁਸੀਂ ਜੇ ਤੁਹਾਡੇ ਕੋਲ ਜਿਹੜੀ ਇੱਕ ਆਪਸ਼ਨ ਬਚ ਗਈ ਤਾਂ ਫਿਰ ਆਨਸਰ ਉਹ ਲਾ ਦਿਓ। ਜੇ ਤੁਸੀਂ ਪੱਕਾ ਸ਼ੋਰ ਹੋ ਵੀ ਜਿਹੜੀਆਂ ਬਾਕੀ ਆਪਸ਼ਨਾਂ ਨੇ ਉਹਨਾਂ ਦੀ ਗੱਲ ਤਾਂ ਹੋਈ ਹੀ ਨਹੀਂ ਹੈਗੀ। ਹੁਣ ਤੁਸੀਂ ਦੇਖ ਹੀ ਲਓ ਵੀ ਬਾਕੀ ਆਪਸ਼ਨਾਂ ਆਪਣੇ ਕੋਲ ਕਿੰਨੀਆਂ ਸੀ, 3 ਆਪਸ਼ਨ ਆਪਾਂ ਕੱਟ ਦਿੱਤੀਆਂ ਸੀ ਅਤੇ ਆਪਣੇ ਕੋਲ ਪਿੱਛੇ ਬਚ ਗਈਆਂ ਸੀ 4 ਕੁ ਬਚ ਗਈਆਂ ਸੀ, ਕਿਉਂਕਿ ਇੱਕ ਦੂਜੇ ਉੱਤੇ ਆਪਾਂ ਨੂੰ ਕਨਫਿਊਜ਼ਨ ਆ ਹੈ ਨਾ। ਜਿਹੜੀਆਂ 4 ਸੀ ਉਹਨਾਂ ਦੇ ਬਾਰੇ ਕੋਈ ਵੀ ਗੱਲ ਨਹੀਂ ਹੋਈ ਸੀ, ਤਾਂ ਇੱਥੋਂ ਜਿਹੜੀ ਆਪਸ਼ਨ ਬਚਦੀ ਆ ਉਹਦੇ ਉੱਤੇ ਟਿਕ ਤੁਸੀਂ ਲਾ ਸਕਦੇ ਹੋ। ਬਹੁਤ ਚਾਂਸਿਸ ਹੁੰਦੇ ਨੇ ਕਿ ਆਨਸਰ ਕਰੈਕਟ ਜਾਊਗਾ, ਤੇ ਪਰ ਇਹਦਾ ਆਨਸਰ ਸੈਕਿੰਡ ਹੀ ਆ। ਹੁਣ ਆਪਾਂ ਜਿਹੜੇ ਆਪਣੇ ਪੈਰਾਗ੍ਰਾਫ ਰਹਿ ਗਏ, ਇੱਕ ਤਾਂ ਆਪਣਾ ਬੀ ਰਹਿ ਗਿਆ, ਉਸ ਤੋਂ ਬਾਅਦ ਆਪਣਾ ਈ ਤੇ ਐਫ ਰਹਿ ਗਿਆ। ਸਭ ਤੋਂ ਪਹਿਲਾਂ ਆਪਾਂ ਬੀ ਪੜ੍ਹ ਲੈਂਦੇ ਹਾਂ, ਕਿਉਂਕਿ ਹੁਣ ਇਹਨਾਂ ਦੀ ਲੈਂਥ ਬਰਾਬਰ ਜਿਹੀ ਆ। ਬਿਫੋਰ ਹਿਊਮਨ ਅਰਾਈਵਲ, ਕਹਿੰਦਾ ਕਹਿੰਦਾ ਮਨੁੱਖਾਂ ਦੇ ਆਉਣ ਤੋਂ ਪਹਿਲਾਂ ਦੀ ਜੋ ਵੀ ਲਿਖਿਆ, ਇਹ ਕੋਈ ਟੋਰਟੋਇਜ਼ ਦੀ ਟਾਈਪ ਹੋ ਸਕਦੀ ਆ। ਨੰਬਰਡ ਇਨ ਦਾ ਹੰਡਰਡਸ ਆਫ ਥਾਊਜੈਂਡਸ, ਕਹਿੰਦਾ ਉਹ ਹਜ਼ਾਰਾਂ ਦੇ ਵਿੱਚ ਸੀ। ਫਰੋਮ ਦਾ 17th ਸੈਂਚੁਰੀ ਔਨਵਰਡਸ ਪਾਇਰੇਟਸ ਟੁਕ ਏ ਫਿਊ ਔਨ ਬੋਰਡ ਫਾਰ ਫੂਡ। ਪਾਇਰੇਟਸ ਜਾਣੀ ਕਿ ਜਿਹੜੇ ਲੁਟੇਰੇ ਜਿਹੇ ਹੁੰਦੇ ਨੇ ਉਹਨਾਂ ਨੂੰ ਕਹਿੰਦੇ ਹੁੰਦੇ ਆ ਵੀ ਉਹ ਆਏ ਫੂਡ ਦੇ ਵਾਸਤੇ। ਬਟ ਦਾ ਅਰਾਈਵਲ ਆਫ ਵੇਲਿੰਗ ਸ਼ਿਪਸ ਇਨ ਦਾ 1790 ਸਾਲ ਦਾ ਐਕਸਪਲੋਸ਼ਨ ਗਰੋ ਐਕਸਪੋਨੈਂਸ਼ਲੀ, ਕਹਿੰਦਾ ਇੱਥੇ ਬੇਲਿੰਗ ਸ਼ਿਪਸ ਕੋਈ ਆਈਆਂ ਹੋਣਗੀਆਂ, ਉਹਦੇ ਨਾਲ ਜਿਹੜਾ ਕਿ ਗਰੋ ਆ ਉਹ ਕਾਫੀ ਹੋਇਆ। ਰਿਲੇਟਿਵਲੀ ਇਮੋਬਾਈਲ ਐਂਡ ਕੈਪੇਬਲ ਆਫ ਸਰਵਾਈਵਿੰਗ ਫਾਰ ਮੰਥਸ ਵਿਦਾਊਟ ਫੂਡ ਔਰ ਵਾਟਰ, ਉਹ ਜਿਹੜੀਆਂ ਕੈਪੇਬਲ ਸੀ ਵਿਦਾਊਟ ਫੂਡ ਔਰ ਵਾਟਰ ਦੇ ਸਰਵਾਈਵ ਕਰਨ ਦੇ ਲਈ। ਦੀ ਟੋਰਟੋਇਜ਼ਸ ਵਰ ਟੇਕਨ ਔਨ ਬੋਰਡ ਦੀਜ਼ ਸ਼ਿਪਸ ਟੂ ਐਕਟ ਐਜ਼ ਫੂਡ ਸਪਲਾਈਜ਼ ਡੂਰਿੰਗ ਲੌਂਗ ਓਸ਼ੀਅਨ ਪੈਸੇਜਸ। ਇੱਥੇ ਇਹਨਾਂ ਨੇ ਇਹ ਗੱਲ ਕਹੀ ਆ ਵੀ ਕਹਿੰਦਾ ਜਿਹੜੇ ਟੋਰਟੋਇਜ਼ਸ ਸੀ ਉਹਨਾਂ ਨੂੰ ਵੀ ਨਾਲ ਲਿਆਂਦਾ ਗਿਆ ਬੋਰਡ ਦੇ ਉੱਤੇ, ਸ਼ਿਪਸ ਦੇ ਉੱਤੇ, ਟੂ ਐਕਟ ਐਜ਼ ਫੂਡ ਸਪਲਾਈਜ਼, ਫੂਡ ਸਪਲਾਈ ਦੀ ਤਰ੍ਹਾਂ ਫੂਡ ਸਪਲਾਈਜ਼ ਦੇ ਲਈ ਦੀ ਤਰ੍ਹਾਂ ਕੰਮ ਕਰਨ ਦੇ ਲਈ। ਡੂਰਿੰਗ ਲੌਂਗ ਓਸ਼ੀਅਨ ਪੈਸੇਜ, ਜਦੋਂ ਉਹਨਾਂ ਦੇ ਲੰਬੇ ਰਸਤੇ ਹੁੰਦੇ ਸੀ। ਪਾਇਰੇਟ ਕਿਹੜੇ ਹੁੰਦੇ, ਸਮੁੰਦਰੀ ਡਾਕੂ ਹੁੰਦੇ ਨੇ ਹੈ ਨਾ, ਪਾਇਰੇਟਸ। ਕਹਿੰਦਾ ਉਹ ਬੋਰਡ ਦੇ ਉੱਤੇ ਨਾਲ ਆਏ ਉਹ ਜਿਹੜੇ ਟੋਰਟੋਇਜ਼ਸ ਸੀ ਹੈ ਨਾ। ਸਮਟਾਈਮਸ ਦੇਅਰ ਬੋਡੀਜ਼ ਵਰ ਪ੍ਰੋਸੈਸਡ ਇਨਟੂ ਹਾਈ ਗ੍ਰੇਡ ਆਇਲ, ਜਾਣੀ ਕਿ ਉਹ ਉਹਨਾਂ ਨੂੰ ਖਾਣ ਦੇ ਵਾਸਤੇ ਨਾਲ ਲੈ ਕੇ ਆਏ ਸੀ, ਅਤੇ ਉਹਨਾਂ ਦੀ ਜਿਹੜੀ ਬੋਡੀ ਸੀ ਉਹਨਾਂ ਨੂੰ ਹਾਈ ਗ੍ਰੇਡ ਆਇਲ ਦੇ ਵਿੱਚ ਪ੍ਰੋਸੈਸ ਕੀਤਾ ਜਾਂਦਾ ਸੀ। ਇਨ ਟੋਟਲ ਐਨ ਐਸਟੀਮੇਟਡ, ਜੋ ਵੀ ਇਹ ਲਿਖਿਆ ਹੋਇਆ ਜਿੰਨਾ ਵੀ ਨੰਬਰ ਆ, ਐਨੀਮਲਸ ਬਟ ਟੇਕਨ ਫਰੋਮ ਦਾ ਜੋ ਵੀ ਇਹ ਜਗ੍ਹਾ ਆਰਕੀਪਲੇਗੋ ਬਿਫੋਰ ਦਾ 20th ਸੈਂਚੁਰੀ, ਕਹਿੰਦਾ ਵੀ ਇੰਨੇ ਐਨੀਮਲ ਨੇ ਉਹਨਾਂ ਨੂੰ ਲੈ ਕੇ ਜਾਇਆ ਗਿਆ। ਦਿਸ ਹਿਸਟੋਰੀਕਲ ਐਕਸਪਲੋਰੇਸ਼ਨ ਵਾਜ਼ ਦੈਨ ਐਕਸਕ੍ਰੀਵੇਟਡ, ਯਾਰ ਔਖੇ ਸ਼ਬਦ ਲਿਖੇ ਹੋਏ ਆ, ਪਰ ਆਪਾਂ ਨੂੰ ਇਹਨਾਂ ਤੋਂ ਡਰਨ ਦੀ ਜ਼ਰੂਰਤ ਨਹੀਂ ਹੁੰਦੀ, ਜਿੰਨੀ ਕੁ ਆਪਾਂ ਨੂੰ ਗੱਲ ਆ ਮੈਨੂੰ ਲੱਗਦਾ ਵੀ ਉਹ ਆਪਣਾ ਆਨਸਰ ਦੇ ਤੱਕ ਆਪਾਂ ਪਹੁੰਚ ਰਹੇ ਹਾਂ। ਵੈਨ ਸੈਟਲਰਸ ਕੇਮ ਟੂ ਦਾ ਆਈਲੈਂਡ ਦੇ ਹੰਟਡ ਦਾ ਟੋਰਟੋਇਜ਼ਸ, ਉਹਨਾਂ ਨੇ ਟੋਰਟੋਇਜ਼ਸ ਨੂੰ ਹੰਟ ਕੀਤਾ। ਐਂਡ ਡਿਸਟਰੋਇਡ ਦੇਅਰ ਹੈਬੀਟੇਟ, ਉਹਨਾਂ ਦੇ ਘਰ ਨੂੰ ਤਬਾਹ ਕਰਤਾ। ਟੂ ਕਲੀਅਰ ਲੈਂਡ ਫਾਰ ਐਗਰੀਕਲਚਰ, ਐਗਰੀਕਲਚਰ ਦੇ ਲਈ ਲੈਂਡ ਨੂੰ ਕਲੀਅਰ ਕਰਨ ਦੇ ਲਈ। ਦੇ ਆਲਸੋ ਇੰਟਰੋਡਿਊਸ ਏਲੀਅਨ ਸਪੀਸੀਜ਼, ਉਹਨਾਂ ਨੇ ਆਲਸੋ ਇੰਟਰੋਡਿਊਸ ਕੀਤੀਆਂ ਏਲੀਅਨ ਸਪੀਸੀਜ਼ ਇੰਟਰੋਡਿਊਸ ਕੀਤਾ। ਰੇਂਜਿੰਗ ਫਰੋਮ ਦਾ ਕੈਟਲ ਹੋ ਗਈਆਂ, ਉਹ ਪਿਗਸ ਹੋ ਗਏ, ਗੋਡਸ ਹੋ ਗਏ, ਰੈਟਸ ਹੋ ਗਿਆ, ਡੌਗਸ ਟੂ ਪਲਾਂਟਸ ਐਂਡ ਆਂਟਸ ਦੈਟ ਈਦਰ ਪ੍ਰੇ ਔਨ ਦਾ ਐਗਸ ਐਂਡ ਜੰਗ ਟੋਰਟੋਇਜ਼ ਔਰ ਡੈਮੇਜ ਆਰ ਡਿਸਟਰੋਏ ਦੇਅਰ। ਮਤਲਬ ਕਿ ਜਿਹੜੇ ਇਹਨਾਂ ਨੇ ਨਿਊ ਸਪੀਸੀਜ਼ ਇੰਟਰੋਡਿਊਸ ਕੀਤੀਆਂ ਸੀ, ਉਹਨਾਂ ਨੇ ਉਹਨਾਂ ਦੇ ਜਿਹੜੇ ਆਂਡੇ ਸੀ ਟੋਰਟੋਇਜ਼ ਤੇ ਉਹਨਾਂ ਨੂੰ ਵੀ ਡਿਸਟਰੋਏ ਕਰਤਾ, ਉਹਨਾਂ ਦਾ ਹੈਬੀਟੇਟ ਵੀ ਡਿਸਟਰੋਏ ਕਰਤਾ। ਹੁਣ ਇੱਥੇ ਆਪਾਂ ਨੂੰ ਗੱਲਾਂ ਥੋੜ੍ਹੀਆਂ ਮੋਟੀਆਂ ਸਮਝ ਆਈਆਂ ਨੇ, ਪਰ ਮੈਨੂੰ ਲੱਗਦਾ ਵੀ ਜਿੰਨਾ ਕੁ ਆਪਾਂ ਨੂੰ ਆਨਸਰ ਚਾਹੀਦਾ ਉਨੀਆਂ ਕੁ ਆਪਾਂ ਨੂੰ ਆ ਗਈਆਂ। ਇਹਦਾ ਆਨਸਰ ਕੀ ਸੀ ਆਪਣਾ 5ਵਾਂ, ਉਹ ਕੱਟ ਦਿਓ। ਉਸ ਤੋਂ ਬਾਅਦ ਆਪਣਾ ਕਿਹੜਾ ਲੱਭਿਆ ਆਪਾਂ, ਸੀ ਦਾ ਆਨਸਰ 8ਵਾਂ, ਉਹ ਕੱਟਤਾ। ਅਤੇ ਡੀ ਦਾ ਆਨਸਰ ਆਪਣਾ ਸੀ ਪਹਿਲਾ ਜੀ, ਉਹ ਵੀ ਕੱਟ ਦਿਓ। ਉਸ ਤੋਂ ਬਾਅਦ ਆਪਣਾ ਈ ਆਪਾਂ ਲੱਭ ਲਈ, ਈ ਨਹੀਂ ਲੱਭੀ ਹਜੇ ਆਪਾਂ, ਐਫ ਆਪਾਂ ਲੱਭ ਲਈ ਹੈ ਨਾ, ਨਹੀਂ ਐਫ ਵੀ ਨਹੀਂ ਲੱਭੀ। ਜੀ ਦਾ ਆਨਸਰ ਆਪਣਾ ਸੈਕਿੰਡ ਹੋ ਗਿਆ ਨਾ, ਇਹ ਵੀ ਕੱਟ ਦਿਓ। ਹੁਣ ਆਪਣੇ ਕੋਲ ਆਪਸ਼ਨਾਂ ਦੇਖ ਲਓ। ਲੁਕਿੰਗ ਫਾਰ ਅ ਹੋਮ ਫਾਰ ਦਾ ਆਈਲੈਂਡ ਟੋਰਟੋਇਜ਼ਸ, ਟੋਰਟੋਇਜ਼ਸ ਦੇ ਹੋਮ ਦੇ ਲਈ ਲੁੱਕ ਨਹੀਂ ਕੀਤਾ ਗਿਆ ਹੈ ਨਾ, ਇਹ ਗੱਲ ਧਿਆਨ ਰੱਖਣ ਵਾਲੀ ਆ। ਕੈਰਿੰਗ ਆਊਟ ਆ ਕੇਅਰਫੁਲੀ ਪ੍ਰੀਪੇਅਰਡ ਆਪਰੇਸ਼ਨ, ਕੋਈ ਆਪਰੇਸ਼ਨ ਨਹੀਂ ਪਰਫੋਰਮ ਹੋਇਆ। ਪਲੈਨਿੰਗ ਆ ਬਿਗਰ ਆਈਡੀਆ, ਕਿਸੇ ਬਿਗ ਆਈਡੀਆ ਦੀ ਪਲੈਨਿੰਗ ਨਹੀਂ ਕੀਤੀ ਗਈ। ਡਿਵੈਲਪਮੈਂਟ ਟੂ ਦਾ ਡਿਸਐਡਵਾਂਟੇਜ ਆਫ ਟੋਰਟੋਇਜ਼ ਪਾਪੂਲੇਸ਼ਨ, ਇੱਥੇ ਤੁਸੀਂ ਧਿਆਨ ਦੇਖੋ ਵੀ ਜਿਹੜੀਆਂ ਡਿਵੈਲਪਮੈਂਟ ਹੋਈਆਂ ਨੇ, ਜੋ ਐਗਰੀਕਲਚਰ ਆ ਹੋਣ ਲੱਗੀ, ਉਹ ਇੱਕ ਡਿਵੈਲਪਮੈਂਟ ਆ। ਉਹ ਕੀ ਸੀ, ਇੱਕ ਡਿਸਐਡਵਾਂਟੇਜ ਬਣੀ ਟੋਰਟੋਇਜ਼ ਦੀ ਪਾਪੂਲੇਸ਼ਨ ਦੇ ਲਈ, ਕਿਉਂਕਿ ਉਹ ਜਦੋਂ ਉਹ ਡਿਵੈਲਪਮੈਂਟ ਹੋਣ ਲੱਗੀ ਤਾਂ ਉਹਨਾਂ ਦੇ ਜਿਹੜੇ ਆਂਡੇ ਸੀ ਉਹ ਵੀ ਤਬਾਹ ਕੀਤੇ ਗਏ, ਉਹਨਾਂ ਦੇ ਘਰ ਵੀ ਤਬਾਹ ਕੀਤੇ ਗਏ। ਅਤੇ ਆਪਣਾ ਇਹ ਆਨਸਰ ਆ ਜਾਊਗਾ ਬੀ ਦਾ ਥਰਡ ਆਨਸਰ, ਠੀਕ ਹੈ। ਜਾਣੀ ਕਿ ਇਹ ਵੀ ਹੁਣ ਆਪਣਾ ਕੱਟਿਆ ਗਿਆ। ਹੁਣ ਆਪਣੇ ਕੋਲ 2 ਪੈਰਾਗ੍ਰਾਫ ਬਚੇ ਆ, ਈ ਅਤੇ ਐਫ, ਅਤੇ ਆਪਣੇ ਕੋਲ ਆਪਸ਼ਨਾਂ 3 ਨੇ, ਜਾਣੀ ਕਿ ਇੱਕ ਆਪਸ਼ਨ ਆਪਣੇ ਕੋਲ ਵਾਧੂ ਆਊਗੀ। ਜਲਦੀ ਦੇ ਨਾਲ ਟਾਈਮ ਵੇਸਟ ਨਹੀਂ ਕਰਦੇ, ਈ ਪੈਰਾਗ੍ਰਾਫ ਵੀ ਪੜ੍ਹ ਲੈਂਦੇ ਹਾਂ।
For years, repetition efforts were carried out in small numbers, with the tortoise carried out on the backs of men over weeks of long stretches, hikes along narrow trails। कुछ ज़्यादा समझ नहीं लग्या मैनू, टू बी वेरी honest। बट इन नवंबर 2010 इतों पढ़ते हैं। बट इन नवंबर 2010 the environmentalist and Galapagos National Park liaison officer ਗੋਡਨਰੀ ਗੋਡਫਰੇ ਮਰਲਿਨ, ਜੋ ਇਹ ਸਾਇੰਟਿਸਟ ਦੀ ਗੱਲ ਕੀਤੀ ਗਈ ਹੈ, ਇਨਵਾਇਰਮੈਂਟਲਿਸਟ ਸੀ ਇਹ ਵਿਜ਼ਿਟਿੰਗ ਆ ਪ੍ਰਾਈਵੇਟ ਮੋਟਰ ਯਾਕਟ ਕੈਪਟੇਨ, ਜਿਹੜਾ ਕਿ ਉਹਨੇ ਆਹ ਬੰਦੇ ਕੋਲ ਵਿਜ਼ਿਟ ਕੀਤਾ। ਐਂਡ ਇਹ ਹੈਲੀਕਾਪਟਰ ਪਾਇਲਟ ਗੈਦਰਡ ਅਰਾਊਂਡ ਅ ਟੇਬਲ ਇਨ ਸਮਾਲ ਕੈਫੇ ਇਨ ਪਿਓਰਟੋ ਐਰਾ ਔਨ ਦਾ ਆਈਲੈਂਡ ਆਫ ਸੈਂਟਾ ਕਰੂਜ਼ ਟੂ ਵਰਕ ਆਊਟ ਫॉर ਮੋਰ ਐਂਬੀਸ਼ੀਅਸ ਯਾਨੀ ਕਿ ਵੱਡਾ ਪਲਾਨ ਰੀ ਇੰਟਰੋਡਕਸ਼ਨ। ਦੀ ਏਮ ਵਾਜ਼, ਆਹ ਧਿਆਨ ਰੱਖੋ, ਇੱਥੋਂ ਦੇਖਦੇ ਹਾਂ ਕੀ ਲਿਖਿਆ ਹੈ। ਦੀ ਏਮ ਵਾਜ਼ ਟੂ ਯੂਜ਼ ਅ ਹੈਲੀਕਾਪਟਰ ਟੂ ਮੂਵ 300 ਆਫ ਦਾ ਬਰੀਡਿੰਗ ਸੈਂਟਰਸ ਟੋਰਟੋਇਜ਼ਸ ਟੂ ਵੇਰੀਅਸ ਲੋਕੇਸ਼ਨ ਕਲੋਜ਼ ਟੂ ਦਾ ਸੀਰੀਆ ਨੈਗਰਾ। ਇਹ ਇੱਥੇ ਮੈਨੂੰ ਇਹ ਚੀਜ਼ ਜਾਣੀ ਕਿ ਜਿੱਥੇ ਤੁਹਾਡਾ ਆਨਸਰ ਲਿਖਿਆ ਹੁੰਦਾ ਨਾ, ਉਹ ਚੀਜ਼ ਤੁਹਾਨੂੰ ਸਮਝ ਆ ਜਾਂਦੀ ਹੁੰਦੀ ਆ, ਅਤੇ ਆਨਸਰ ਆਪਣਾ ਆਹੀ ਲਾਈਨ ਦੇ ਵਿੱਚ ਲੁਕਿਆ ਹੋਇਆ। ਏਮ ਕੀ ਸੀ ਉਹਨਾਂ ਦਾ? ਹੈਲੀਕਾਪਟਰ ਨੂੰ ਯੂਜ਼ ਕਰਨਾ ਕਾਹਦੇ ਲਈ? ਬਰੀਡਿੰਗ ਸੈਂਟਰ ਟੋਰਟੋਇਜ਼ਸ ਨੂੰ ਮੂਵ ਕਰਨ ਦੇ ਲਈ। 300 ਉਹਨਾਂ ਦੀ ਸੰਖਿਆ ਸੀ। ਵੇਰੀਅਸ ਲੋਕੇਸ਼ਨ ਕਲੋਜ਼ ਟੂ, ਜਿਹੜੀਆਂ ਕਿ ਸੀਰੀਆ ਨੈਗਰਾ ਦੇ ਕੋਲੇ ਸੀ, ਉਹਨਾਂ ਲੋਕੇਸ਼ਨ ਦੇ ਉੱਤੇ ਮੂਵ ਕਰਨ ਦੇ ਲਈ। ਠੀਕ ਹੈ, ਇੱਥੇ ਆਪਣਾ ਆਨਸਰ ਹੁਣ ਆਪਾਂ ਦੇਖਦੇ ਹਾਂ। ਪਹਿਲਾਂ ਤਾਂ ਆਪਾਂ ਨੂੰ ਜਿਹੜੀਆਂ ਆਪਸ਼ਨ ਨੇ ਉਹ ਕੱਟ ਕਰਨੀਆਂ ਪੈਣਗੀਆਂ। 5ਵਾਂ ਕੱਟ ਕਰ ਦਿਓ, ਉਸ ਤੋਂ ਬਾਅਦ ਤੀਸਰਾ ਕੱਟ ਕਰ ਦਿਓ, ਤੀਸਰਾ ਕੱਟ ਕਰਤਾ, ਅਤੇ 8ਵਾਂ ਕੱਟ ਕਰ ਦਿਓ, 8ਵਾਂ ਵੀ ਗਿਆ। ਡੀ ਦਾ ਪਹਿਲਾ ਆ ਗਿਆ ਸੀ, ਅਤੇ ਇੱਕ ਆਪਣਾ ਦੂਸਰਾ ਕੱਟਿਆ ਗਿਆ। ਹੁਣ ਆਪਣੇ ਕੋਲ ਆਪਸ਼ਨ ਆ 3 ਨੇ। ਲੁਕਿੰਗ ਫਾਰ ਅ ਹੋਮ ਦੀ ਕੋਈ ਗੱਲ ਨਹੀਂ ਹੋਈ, ਅਤੇ ਕੈਰਿੰਗ ਆਊਟ ਆ ਕੇਅਰਫੁਲੀ ਪ੍ਰੀਪੇਅਰਡ ਆਪਰੇਸ਼ਨ, ਪਲੈਨਿੰਗ ਆ ਬਿਗਰ ਆਈਡੀਆ। ਹੁਣ ਇਹਨਾਂ 'ਚ ਦੇਖੋ ਜਿਹੜਾ ਆਨਸਰ ਆ ਸਕਦਾ, ਆਪਰੇਸ਼ਨ ਪਰਫੋਰਮ ਹੋਇਆ ਜਾਂ ਫਿਰ ਬਿਗ ਆਈਡੀਆ ਪਲਾਨ ਕੀਤਾ ਗਿਆ। ਜਿਹੜਾ ਕਿ 300 ਟੋਰਟੋਇਜ਼ਸ ਨੂੰ ਛੱਡਣਾ ਸੀ ਹੈਲੀਕਾਪਟਰ ਦੇ ਨਾਲ, ਉਹ ਇੱਕ ਬਿਗ ਆਈਡੀਆ ਸੀ, ਕਿਉਂਕਿ ਉੱਥੇ ਉਹਨਾਂ ਨੇ ਐਂਬੀਸ਼ੀਅਸ ਲਿਖਿਆ ਸੀ, ਹੈ ਨਾ। ਤਾਂ ਜ਼ਿਆਦਾ ਚਾਂਸਿਸ ਨੇ ਵੀ ਆਪਣਾ ਚੌਥਾ ਹੀ ਕਰੈਕਟ ਆਨਸਰ ਆ, ਅਤੇ ਆਨਸਰ ਵੀ ਆਪਣਾ ਚੌਥਾ ਹੀ ਆ। ਅਤੇ ਹੁਣ ਆਪਣੀ ਚੌਥੀ ਆਪਸ਼ਨ ਵੀ ਕੱਟੀ ਗਈ, ਅਤੇ ਹੁਣ ਆਪਣੇ ਕੋਲ ਇੱਕ ਪੈਰਾਗ੍ਰਾਫ ਬਚਿਆ ਜਿਹੜਾ ਕਿ ਐਫ ਆ, ਅਤੇ ਆਪਣੇ ਕੋਲ ਆਪਸ਼ਨਾਂ ਕਿੰਨੀਆਂ ਨੇ? ਆਪਸ਼ਨ ਆਪਣੇ ਕੋਲ 2 ਨੇ, 6ਵੀਂ ਅਤੇ 7ਵੀਂ। ਜਲਦੀ ਦੇ ਨਾਲ ਉਹ ਵੀ ਪੜ੍ਹ ਦਿੰਦੇ ਹਾਂ। ਐਫ, the unprecedented effort was made possible by the owners of the 67-meter jacked white cloud। ਅਤੇ ਕਹਿੰਦਾ ਜੀ ਇਹ ਜਿਹੜਾ ਐਫਰਟ ਸੀ ਉਹਨੂੰ ਪੋਸੀਬਲ ਕੀਤਾ 67 ਮੀਟਰ ਜੈਕਟ ਦੇ ਓਨਰ ਨੇ। ਹੂ ਪ੍ਰੋਵਾਈਡਡ ਦਾ ਗੈਲਪੈਗੋਸ ਨੈਸ਼ਨਲ ਪਾਰਕ ਵਿਦ ਫ੍ਰੀ ਯੂਜ਼ ਆਫ ਦੇਅਰ ਹੈਲੀਕਾਪਟਰ, ਜਿਨ੍ਹਾਂ ਨੇ ਉਹ ਨੈਸ਼ਨਲ ਪਾਰਕ ਨੂੰ ਹੈਲੀਕਾਪਟਰ ਫ੍ਰੀ ਯੂਜ਼ ਕਰਨ ਦੇ ਲਈ ਦਿੱਤਾ। ਐਂਡ ਪਾਇਲਟ ਵੀ ਦਿੱਤਾ, ਐਜ਼ ਵੈਲ ਐਜ਼ ਦਾ ਲੌਜਿਸਟੀਕਲ ਸਪੋਰਟ ਆਫ ਦਾ ਜੈਕਟ ਐਂਡ ਇਟਸ ਕੈਪਟਨ ਐਂਡ ਕਰੂ, ਜਾਣੀ ਕਿ ਸਪੋਰਟ ਵੀ ਦਿੱਤੀ ਗਈ। ਓਰੀਜਨਲੀ ਐਨ ਏਅਰ ਐਂਬੂਲੈਂਸ ਦੀ ਜਾਕਟਸ ਹੈਲੀਕਾਪਟਰ ਹੈਜ਼ ਅ ਰੇਅਰ ਡਬਲ ਡੋਰ ਐਂਡ ਏ ਲਾਰਜ ਇੰਟਰਨਲ ਸਪੇਸ। ਉਹ ਜਿਹੜਾ ਹੈਲੀਕਾਪਟਰ ਸੀ ਉਹਨੂੰ ਏਅਰ ਐਂਬੂਲੈਂਸ ਦਾ ਨਾਂ ਦਿੱਤਾ ਗਿਆ। ਉਹਦਾ ਜਿਹੜਾ ਡਬਲ ਡੋਰ ਸੀ ਅਤੇ ਲਾਰਜ ਇੰਟਰਨਲ ਸਪੇਸ ਸੀ ਉਹਦੇ ਵਿੱਚ। ਦੈਟ ਵਾਜ਼ ਵੈਲ ਸਿਊਟਡ ਫਾਰ ਕਾਰਗੋ, ਜਿਹੜੀ ਕਿ ਵੈਲ ਸਿਊਟਡ ਸੀ ਕਾਰਗੋ ਦੇ ਲਈ। ਸੋ ਅ ਕਸਟਮ ਕ੍ਰੇਟ ਵਾਜ਼ ਡਿਜ਼ਾਈਨ ਟੂ ਹੋਲਡ ਅਪ ਟੂ 33 ਟੋਰਟੋਇਜ਼ਸ, ਜਾਣੀ ਕਿ ਉਹ ਜਿਹੜਾ ਡਿਜ਼ਾਈਨ ਕੀਤਾ ਗਿਆ 33 ਟੋਰਟੋਇਜ਼ਸ ਨੂੰ ਹੋਲਡ ਕਰਨ ਦੇ ਲਈ, ਵਿਦ ਅ ਟੋਟਲ ਵੇਟ ਆਫ ਅਬਾਊਟ 150 ਕਿਲੋਗ੍ਰਾਮਸ, ਜਿੰਨਾ ਕਿ ਟੋਟਲ ਵੇਟ 150 ਕਿਲੋਗ੍ਰਾਮ ਹੋ ਸਕਦਾ ਸੀ। ਦਿਸ ਵੇਟ ਟੂਗੈਦਰ ਵਿਦ ਦੈਟ ਆਫ ਦਾ ਫਿਊਲ, ਜਿਹੜਾ ਆਹ ਵੇਟ ਸੀ ਉਹ ਟੂਗੈਦਰ ਸੀ, ਮਿਕਸ ਸੀ, ਜਾਣੀ ਕਿ ਟੋਟਲ ਵੇਟ ਸੀ ਕਿਹਨੂੰ ਮਿਲਾ ਕੇ? ਫਿਊਲ ਨੂੰ ਮਿਲਾ ਕੇ, ਪਾਇਲਟ ਐਂਡ 4 ਕ੍ਰੂ ਮੈਂਬਰ ਨੂੰ ਮਿਲਾ ਕੇ। ਅਪਰੋਚ ਦਾ ਹੈਲੀਕਾਪਟਰਸ ਮੈਕਸੀਮਮ ਪਲੇ ਲੋਡ। And there were times when it was clearly right on the edge of the helicopter's capabilities during a period of 3 days। ਕਹਿੰਦਾ 3 ਦਿਨਾਂ ਦੇ ਟਾਈਮ ਦੇ ਵਿੱਚ ਇਹ ਗਰੁੱਪ ਆਫ ਵਲੰਟੀਅਰਸ ਦਾ ਗਰੁੱਪ ਫਰੋਮ ਦਾ ਬਰੀਡਿੰਗ ਸੈਂਟਰ ਤੋਂ ਵਰਕਡ ਅਰਾਊਂਡ ਦਾ ਕਲੌਕ ਟੂ ਪ੍ਰੀਪੇਅਰ ਦਾ ਜੰਗ ਟੋਰਟੋਇਜ਼ਸ ਫਾਰ ਟਰਾਂਸਪੋਰਟ। ਕਹਿੰਦਾ ਉਹਨਾਂ ਨੇ ਕੰਮ ਕੀਤਾ ਜੰਗ ਟੋਰਟੋਇਜ਼ਸ ਨੂੰ ਪ੍ਰੀਪੇਅਰ ਕੀਤਾ ਟਰਾਂਸਪੋਰਟ ਦੇ ਲਈ। ਮੀਨਵਾਈਲ, ਜਦ ਕਿ ਪਾਰਕ ਵਾਰਡਨਸ, ਜਿਹੜੇ ਕਿ ਪਾਰਕ ਦੇ ਵਾਰਡਨ ਸੀ, ਡਰੋਪਡ ਆਫ ਅਹੈਡ ਆਫ ਟਾਈਮ ਇਨ ਰਿਮੋਟ ਲੋਕੇਸ਼ਨ। ਉਹਨਾਂ ਨੇ ਵੀ ਟਾਈਮ ਤੋਂ ਪਹਿਲਾਂ ਹੀ ਰਿਮੋਟ ਲੋਕੇਸ਼ਨ ਦੇ ਉੱਤੇ ਡਰੋਪ ਆਫ ਕੀਤਾ। ਕਲੀਨਡ ਲੈਂਡਿੰਗ ਸਾਈਟਸ, ਜਿੱਥੇ ਉਹਨਾਂ ਨੂੰ ਛੱਡਣਾ ਸੀ ਉਹਨਾਂ ਨੂੰ ਉਹ ਚੀਜ਼ਾਂ ਨੂੰ ਵਿਦਿਨ ਦਾ ਥਿਕ ਬਰਸ ਕੈਕਟੀ ਐਂਡ ਲਾਵਾ ਰੌਕਸ, ਮਤਲਬ ਕਿ ਜੋ ਵੀ ਚੀਜ਼ਾਂ ਉਹਨਾਂ ਨੇ ਜਿੱਥੇ ਉਹਨਾਂ ਨੂੰ ਛੱਡਣਾ ਸੀ ਉਹ ਚੀਜ਼ਾਂ ਨੂੰ ਸਾਫ਼ ਕੀਤਾ ਗਿਆ। ਹੁਣ ਆਪਣੇ ਕੋਲ ਆਪਸ਼ਨਾਂ 2 ਬਚੀਆਂ ਨੇ, 6ਵਾਂ ਅਤੇ 7ਵਾਂ। 7ਵਾਂ ਲੁਕਿੰਗ ਫਾਰ ਅ ਹੋਮ ਫਾਰ ਦਾ ਆਈਲੈਂਡਸ ਟੋਰਟੋਇਜ਼ਸ, ਇਹ ਆਨਸਰ ਹੋ ਸਕਦਾ। ਜਾਂ ਫਿਰ ਇੱਕ ਆਪਣੇ ਕੋਲ ਆਪਸ਼ਨ ਇਹ ਆ ਗਈ, ਅਤੇ ਕੈਰਿੰਗ ਆਊਟ ਆ ਕੇਅਰਫੁਲੀ ਪ੍ਰੀਪੇਅਰਡ ਆਪਰੇਸ਼ਨ। ਅਤੇ ਉਹ ਜਿਹੜਾ ਆਪਰੇਸ਼ਨ ਸੀ ਉਹ ਕੇਅਰਫੁਲ ਵਾਲਾ ਸੀ, ਹੈ ਨਾ, ਜਿਵੇਂ ਕਿ ਉਹ ਆਪਣੇ ਜਿਹੜੇ ਟੋਰਟੋਇਜ਼ਸ ਨੂੰ ਛੱਡਣਾ ਸੀ, ਹੈ ਨਾ, ਜਾਣੀ ਕਿ ਉਹ ਆਪਰੇਸ਼ਨ ਵੱਡਾ ਵੀ ਸੀ ਅਤੇ ਉਹਨੂੰ ਧਿਆਨ ਦੇ ਨਾਲ ਵੀ ਕਰਨਾ ਸੀ। ਅਤੇ ਜਿਹੜੇ ਸਾਰਿਆਂ ਨੇ ਕੰਮ ਕੀਤਾ, ਵਲੰਟੀਅਰ ਨੇ ਕੰਮ ਕੀਤਾ, ਅਤੇ ਨਾਲ ਦੀ ਨਾਲ ਕਿਹਨੇ ਕੰਮ ਕੀਤਾ ਸੀ? ਵਾਰਡਨਸ ਨੇ। ਜਾਣੀ ਕਿ ਆਪਣਾ ਜ਼ਿਆਦਾ ਚਾਂਸ ਨੇ ਵੀ ਸੇਮ ਹੀ ਆਨਸਰ ਆਊਗਾ, ਕਿਉਂਕਿ ਲੁਕਿੰਗ ਫਾਰ ਅ ਹੋਮ ਫਾਰ ਦਾ
ਹੋਮ ਉਹਨਾਂ ਨੇ ਹੋਮ ਲੱਭਿਆ ਨਹੀਂ ਹੈਗਾ, ਕਿਉਂਕਿ ਲੁਕਿੰਗ ਕੀ ਹੁੰਦਾ ਗਾ ਵੀ ਕੋਈ ਕੰਮ ਚੱਲ ਰਿਹਾ, ਲੁਕਿੰਗ ਫਾਰ ਅ ਹੋਮ, ਵੀ ਉਹ ਉਹਨਾਂ ਦੇ ਹਾਊਸ ਨੂੰ ਲੱਭ ਰਹੇ ਨੇ। ਇਹ ਚੀਜ਼ ਦੇ ਬਾਰੇ ਆਪਾਂ ਨੂੰ ਕੋਈ ਵੀ ਗੱਲ ਨਹੀਂ ਮਿਲੀ ਆਪਣੇ ਜਿਹੜੇ ਆਪਾਂ ਪੈਰਾਗ੍ਰਾਫ ਪੜ੍ਹ ਕੇ ਆਏ ਹਾਂ। ਤਾਂ ਇਹ ਕੁਛ ਤਰੀਕੇ ਦੇ ਨਾਲ ਆਪਾਂ ਲਿਸਟ ਆਫ ਹੈਡਿੰਗ ਨੂੰ ਸੋਲਵ ਕਰ ਸਕਦੇ ਹਾਂ। ਤਾਂ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ, ਵੀਡੀਓ ਨੂੰ ਲਾਈਕ ਕਰ ਦਿਓ ਅਤੇ ਸਾਡੇ ਨੂੰ ਤੁਸੀਂ ਵਿਜ਼ਿਟ ਵੀ ਸਾਡੇ ਨਾਲ ਕੰਟੈਕਟ ਵੀ ਕਰ ਸਕਦੇ ਹੋ WhatsApp ਦੇ ਉੱਤੇ ਔਨਲਾਈਨ ਕਲਾਸਿਸ ਲਈ। ਥੈਂਕ ਯੂ ਸੋ ਮਚ।